ਸੋ ਅਗਰ ਮੈਂ ਇੱਥੇ ਜੁਆਇੰਟ ਰਿਪਲੇਸਮੈਂਟ ਦੀ ਆਰਥੋਪੈਡਿਕਸ ਦੀ ਗੱਲ ਕਰਾਂ ਤਾਂ ਕਿਹੜੀ ਟੈਕਨੋਲੋਜੀਜ਼ ਹੈਗੀਆਂ ਰੇਡੀਓਲੋਜੀ 3D ਇੱਦਾਂ ਹੁੰਦੀਆਂ ਤੋ ਆਈਵੀ ਹਸਪੀਟਲ ਕਿਹੜੀ ਟੈਕਨੋਲੋਜੀਜ਼ ਆਫਰ ਕਰਦਾ ਆਪਣੇ ਪੇਸ਼ੈਂਟਸ ਦੇ ਲਈ? ਦੇਖੋ ਜੁਆਇੰਟਸ ਦੀ ਸਰਜਰੀ ਨੂੰ ਜੇ ਮੈਂ ਯੂਨੀਵਰਸਲ ਤੌਰ ਤੇ ਕਹਾਂ 40-50 ਸਾਲ ਹੋ ਗਏ ਔਰ ਜੁਆਇੰਟ ਦੀ ਸਰਜਰੀਜ਼ ਨੇ ਦਰ ਬਦਰ ਇੱਕ ਐਰਾ ਦੇਖਿਆ ਹੈ ਚੇਂਜ ਦਾ ਟੈਕਨੋਲੋਜੀਜ਼ ਵਿੱਚ, ਠੀਕ ਹੈ। ਸੋ ਵੀ ਆਰ ਗੋਇੰਗ ਟੂ ਇੰਟਰੋਡਿਊਸ ਰੋਬੋ 3D ਟੈਕਨੀਕ ਵੈਰੀ ਸੂਨ, ਜਿਹਦੇ ਵਿੱਚ ਰੋਬੋਟਿਕ ਪਲੱਸ 3D ਦਾ ਇੱਕ ਕਸਟਮਾਈਜ਼ਡ ਵਰਜ਼ਨ ਪੇਸ਼ੈਂਟਸ ਨੂੰ ਦਿੱਤਾ ਜਾਏਗਾ। ਉਹਨਾਂ ਨੂੰ ਔਨ ਸਕਰੀਨ ਹੀ ਪਹਿਲਾਂ ਸਾਰਾ ਕੁਝ ਦਿਖਾ ਦਿੱਤਾ ਜਾਏਗਾ, ਉਹਨਾਂ ਦੀ ਪ੍ਰੀ ਪਲੈਨਿੰਗ ਤੇ ਉਹ ਆਪਣੀ ਪੂਰੀ ਸਰਜਰੀ ਨੂੰ ਸਕਰੀਨ ਤੇ ਦੇਖ ਸਕਦੇ ਨੇ ਕਿ ਇਹ ਪੂਰੀ ਸਰਜਰੀ ਦੀ ਕਿੱਦਾਂ ਪਲੈਨਿੰਗ ਹੈ, ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਔਰ ਕਿਸ ਤਰ੍ਹਾਂ ਹੋਏਗੀ, ਜਿਹਦੇ ਵਿੱਚ ਸਰਜਨ ਦਾ ਐਕਸਪੀਰੀਅੰਸ, ਰੋਬੋਟਿਕ ਸੌਫਟਵੇਅਰ ਦੀ ਕਨਫੀਗਰੇਸ਼ਨ ਔਰ 3D ਟੈਕਨੋਲੋਜੀ ਦੀ ਪ੍ਰੀ ਅਸੈਸਮੈਂਟ, ਇਹ ਤਿੰਨੋਂ ਮੁਹੱਈਆ ਕੀਤੀ ਜਾਣਗੀਆਂ। ਔਰ ਮੈਨੂੰ ਲੱਗਦਾ ਹੈ ਕਿ ਇਹਦੇ ਆਉਣ ਦੇ ਬਾਅਦ ਪੇਸ਼ੈਂਟ ਕਾਫੀ ਦਰ ਤੱਕ ਸੈਟਿਸਫਾਈਡ ਰਹਿਣ ਵਾਲਾ ਹੈ ਔਰ ਉਹਨਾਂ ਨੂੰ ਕਾਫੀ ਹੱਦ ਤੱਕ ਇੱਕ ਅਚੀਵਮੈਂਟ ਵਾਲੀ ਫੀਲਿੰਗ ਆਉਣ ਵਾਲੀ ਹੈ ਕਿ ਮੈਂ ਸਰਜਰੀ ਦੇ ਬਾਅਦ ਸਭ ਕੁਝ ਕਰਾ ਸਕਦਾ। ਮੈਂ ਡਾਕਟਰ ਭਾਨੂ ਸਾਹਿਬ ਨੂੰ ਤਕਰੀਬਨ 6 ਮਹੀਨੇ ਤੋਂ ਜਾਣਦਾ ਹਾਂ, ਕਿਉਂਕਿ ਮੈਨੂੰ ਗੋਡਿਆਂ ਦੀ ਪ੍ਰੋਬਲਮ ਸੀ ਕਾਫੀ ਦੇਰ ਤੋਂ, ਤੇ ਆਈ ਵਾਜ਼ ਸਰਚਿੰਗ ਫਾਰ ਅ ਡਾਕਟਰ ਕਿੱਥੋਂ ਮੈਂ ਆਪਰੇਸ਼ਨ ਕਰਾਵਾਂ। ਆਈ ਹੈਪਨ ਟੂ ਵਿਜ਼ਿਟ ਫੋਰਟਿਸ ਆਲਸੋ। ਮੈਂ ਆਇਆ ਉਦੋਂ ਉਹਨਾਂ ਦਾ ਆਪਰੇਸ਼ਨ ਹੋਇਆ ਸੀ, ਆਪਰੇਸ਼ਨ ਵਾਜ਼ ਵੈਰੀ ਸਕਸੈਸਫੁਲ, ਮੈਨੂੰ ਐਨਕਰੇਜਮੈਂਟ ਮਿਲੀ। ਮੈਨੇ ਟਾਕ ਟੂ ਹਿਮ ਆਲਸੋ DIG ਨਾਲ, ਮੈਂ ਕਿਹਾ ਤੁਹਾਡਾ ਕਿੱਦਾਂ ਦਾ ਰਿਹਾ, ਹੀ ਵਾਜ਼ ਫੁੱਲੀ ਸੈਟਿਸਫਾਈਡ। ਫਿਰ ਮੈਂ ਵੀ ਮਨ ਬਣਾਇਆ ਵੀ ਮੈਂ ਡਾਕਟਰ ਭਾਨੂ ਪ੍ਰਤਾਪ ਸਾਹਿਬ ਤੋਂ ਮੈਂ ਆਪਣਾ ਗੋਡਿਆਂ ਦਾ ਆਪਰੇਸ਼ਨ ਕਰਾਉਂਗਾ। ਨਾਓ ਆਈ ਫੀਲ ਬਹੁਤ ਕੰਫਰਟੇਬਲ ਮਹਿਸੂਸ ਕਰਦਾ। ਮੈਂ ਹੁਣ ਵੀ ਮੈਂ ਚੱਲ ਕੇ ਆਇਆ, ਗੱਡੀ 'ਚ ਉਤਰ ਕੇ ਖੁਦ ਆਇਆ ਤੇ ਬ੍ਰੇਸਿਸ ਸੀਗੀਆਂ। ਪਰ ਉਸ ਤੋਂ ਪਹਿਲਾਂ ਜੇ ਸ਼ੁਰੂ ਕਰਨਾ ਹੈ ਤੇ ਆਪਾਂ ਪਹਿਲੇ ਇਹ ਸਮਝੀਏ ਕਿ ਐਟਲੀਸਟ ਗੋਡਾ ਹੁੰਦਾ ਕੀ ਹੈ, ਤੇ ਦੋ ਹੱਡੀਆਂ ਨੂੰ ਜਿਹੜਾ ਸਿਸਟਮ ਕਨੈਕਟ ਕਰ ਰਿਹਾ ਹੈ ਉਹ ਜੁਆਇੰਟ ਹੈਗਾ, ਚਾਹੇ ਉਹ ਐਲਬੋ ਹੋਏ, ਸ਼ੋਲਡਰ ਹੋਏ, ਨੀ ਹੋਏ, ਐਂਕਲ ਹੋਏ। ਲੇਕਿਨ ਕਿਉਂਕਿ ਨੀ ਜੁਆਇੰਟ ਜਿਹੜਾ ਹੈ ਉਹ ਲਾਰਜੈਸਟ ਜੁਆਇੰਟ ਹੈ ਬੋਡੀ ਦਾ, ਇਹ ਵੇਟ ਬੇਅਰਿੰਗ ਜੁਆਇੰਟ ਹੈ, ਤੇ ਜਿਹੜਾ ਜੁਆਇੰਟ ਸਭ ਤੋਂ ਪਹਿਲਾਂ ਬੋਡੀ ਵਿੱਚ ਖਰਾਬ ਹੁੰਦਾ ਵੈ ਉਹ ਨੀ ਜੁਆਇੰਟ ਹੈਗਾ। ਗੋਡੇ ਨੂੰ ਖਰਾਬ ਕਰਨ ਲਈ ਕਈ ਸਾਰੀ ਚੀਜ਼ਾਂ ਨੇ। ਪਹਿਲੀ ਤੇ ਉਮਰ ਹੈ, 65-70 ਸਾਲ ਵਿੱਚ ਕੋਈ ਬੰਦਾ ਆਏ ਕਿ ਗੋਡਾ ਖਰਾਬ ਹੋ ਗਿਆ, ਸਮਝ ਆਉਂਦੀ ਹੈ ਗੱਲ। 30 ਸਾਲ ਵਿੱਚ ਆਏ ਤੇ ਸਮਝਣ ਦੀ ਕੋਸ਼ਿਸ਼ ਕਰਨੀ ਪੈਂਦੀ ਕਿ ਇੱਦਾਂ ਕਿਉਂ ਹੋਇਆ, ਕੋਈ ਇਨਫੈਕਸ਼ਨ ਤੇ ਨਹੀਂ ਹੋਇਆ, ਕੋਈ ਟਰਾਮਾ ਤੇ ਨਹੀਂ ਹੋਇਆ। ਜੇ ਉਹ ਤੁਹਾਡੀ ਲਾਈਫ ਸਟਾਈਲ ਤੇ ਇੰਪੈਕਟ ਪਾ ਰਿਹਾ ਹੈ, ਟੁਰਨਾ ਫਿਰਨਾ ਔਖਾ ਹੈ, ਟੁਰ ਫਿਰ ਨਹੀਂ ਪਾ ਰਹੇ, ਪੌੜੀ ਚੜ੍ਹਨ ਦੀ ਦਿੱਕਤ ਹੈ, ਦੈਨ ਡੈਫੀਨੇਟਲੀ ਤੁਹਾਨੂੰ ਇੱਕ ਸਰਜੀਕਲ ਆਪਸ਼ਨ ਚੂਜ਼ ਕਰਨਾ ਚਾਹੀਦਾ ਵੈ। ਸਰਜਰੀ ਵਿੱਚ ਵੀ ਮੈਂ ਨਹੀਂ ਕਹਿੰਦਾ ਕਿ ਤੁਸੀਂ ਇੱਦਾਂ ਹੀ ਸਰਜਰੀ ਕਰਾਓ, ਅੱਜ ਕੱਲ੍ਹ ਸਰਜਰੀਆਂ ਵੀ ਕਈ ਤਰੀਕੇ ਦੀ ਹੈਗੀਆਂ। ਕਿਹੜੀ ਸਰਜਰੀ ਤੁਹਾਡੇ ਲਈ, ਤੁਹਾਡੇ ਉਸ ਸਟੇਜ ਲਈ ਬੈਸਟ ਹੈਗੀ, ਉਸ ਕਿਹੜੀ ਟੈਕਨੋਲੋਜੀ ਤੁਹਾਡੇ ਲਈ ਬੈਸਟ ਹੈ, ਤੁਸੀਂ ਉਹ ਡਾਕਟਰ ਨਾਲ ਬੈਠ ਕੇ ਰੂਬਰੂ ਸਮਝੋ ਔਰ ਜੇ ਤੁਹਾਨੂੰ ਸਮਝ ਆਉਂਦਾ ਫਿਰ ਜ਼ਰੂਰ ਕਰਾਓ। ਆਈਵੀ ਹਸਪੀਟਲ ਦੇ ਜਿਹੜੇ ਓਨਰਸ ਹੈਗੇ ਸਰ ਗੁਰਤੇਜ ਸਰ ਤੇ ਡਾਕਟਰ ਕੌਲ ਮੈਡਮ, they are hand in hand with us, they are supporting us to bring up and enhance the technology for the institute, and we as doctors are also trying our best to give the best to the patient. So ਸਾਡਾ ਜਿਹੜਾ ਟੈਗਲਾਈਨ ਵੀ ਹੈਗਾ, ਅਸੀਂ ਟੈਗਲਾਈਨ ਵਿੱਚ ਇਹ ਲਿਖਦੇ ਹਾਂ, choose the best and leave the rest। ਡੇਲੀ ਪੋਸਟ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਸਵੀਰ ਕੌਰ ਸਵਾਗਤ ਕਰਦੀ ਹਾਂ। ਅਗਰ ਮੈਂ ਅੱਜ ਕੱਲ੍ਹ ਦੇ ਲਾਈਫ ਸਟਾਈਲ ਦੀ ਗੱਲ ਕਰਾਂ ਤਾਂ ਜਿਹੜੀ ਬੋਡੀਜ਼ ਹੈ ਲੋਕਾਂ ਦੀ, ਉਹ ਬਹੁਤ ਜ਼ਿਆਦਾ ਦਵਾਈਆਂ ਦੇ ਸਿਰ ਤੇ ਹੋ ਗਈ ਹੈ। ਹਰ ਇੱਕ ਨੂੰ ਕੁਝ ਨਾ ਕੁਝ ਪ੍ਰੋਬਲਮ ਹੈ, ਜਿਹਦੇ ਵਿੱਚੋਂ ਇੱਕ ਪ੍ਰੋਬਲਮ ਜੋ ਹੈ ਗੋਡਿਆਂ ਦੀ ਪ੍ਰੋਬਲਮ, ਉਹ ਬਹੁਤ ਜ਼ਿਆਦਾ ਕਾਮਨ ਹੋ ਗਈ ਹੈ। ਸੋ ਅੱਜ ਇਸ ਦੇ ਬਾਰੇ ਪੂਰੀ ਜਾਣਕਾਰੀ ਲਵਾਂਗੇ। ਆਈਵੀ ਹਸਪੀਟਲ ਦੇ ਡਾਇਰੈਕਟਰ ਮੇਰੇ ਨਾਲ ਨੇ ਡਾਕਟਰ ਭਾਨੂ ਸਲੂਜਾ ਜੀ, ਜੋ ਆਰਥੋਪੈਡਿਕਸ ਨੇ, ਜੁਆਇੰਟ ਰਿਪਲੇਸਮੈਂਟ ਦੇ ਸਰਜਨ ਵੀ ਨੇ। ਬਹੁਤ ਸਵਾਗਤ ਹੈ ਸਰ ਡੇਲੀ ਪੋਸਟ ਪੰਜਾਬੀ ਤੇ। ਤੁਹਾਡਾ ਬਹੁਤ ਧੰਨਵਾਦ। ਸਾਰੇ ਪੰਜਾਬੀ ਦਰਸ਼ਕਾਂ ਨੂੰ ਬਹੁਤ ਨਮਨ ਤੇ ਸਤਿ ਸ਼੍ਰੀ ਅਕਾਲ। ਅੱਜ ਆਪਾਂ ਗੱਲ ਕਰ ਰਹੇ ਹਾਂ ਆਪਣੀ ਰੋਜ਼ਮਰਾ ਜ਼ਿੰਦਗੀ ਦਾ ਇੱਕ ਬੜਾ ਆਮ ਟੌਪਿਕ ਹੈ, ਜਿਹਨੂੰ ਆਪਾਂ ਆਰਥਰਾਈਟਿਸ ਕਹਿੰਦੇ ਹਾਂ। ਅੱਜ ਤੋਂ ਕੁਝ ਸਾਲ ਪਹਿਲਾਂ ਜਾਈਏ ਤੇ ਜਿਸ ਤਰ੍ਹਾਂ ਮੋਤੀਆ ਦਾ ਇਹ ਹਾਲ ਸੀਗਾ ਕਿ ਘਰ ਦੇ ਵਿੱਚ ਮੋਤੀਆ ਦੀ ਸਰਜਰੀ ਇੱਕ ਆਮ ਗੱਲ ਬਣ ਗਈ ਸੀ, ਉਸੇ ਤਰ੍ਹਾਂ ਅੱਜ ਦੀ ਡੇਟ ਵਿੱਚ ਗੋਡਿਆਂ ਦੀ ਸਰਜਰੀ ਵੀ ਇੱਕ ਆਮ ਗੱਲ ਬਣਦੀ ਜਾ ਰਹੀ ਹੈ। ਤੇ ਪਹਿਲੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਇਹ ਗੋਡੇ ਦੀ ਸਰਜਰੀ ਹੈ ਕੀ ਔਰ ਇਹ ਸਰਜਰੀ ਕਿਹੜੇ ਲੋਕਾਂ ਨੂੰ ਲੋੜ ਪੈਂਦੀ ਹੈ। ਤੇ ਉਸ ਤੋਂ ਪਹਿਲਾਂ ਜੇ ਸ਼ੁਰੂ ਕਰਨਾ ਹੈ ਤੇ ਆਪਾਂ ਪਹਿਲੇ ਇਹ ਸਮਝੀਏ ਕਿ ਐਟਲੀਸਟ ਗੋਡਾ ਹੁੰਦਾ ਕੀ ਹੈ, ਤੇ ਦੋ ਹੱਡੀਆਂ ਨੂੰ ਜਿਹੜਾ ਸਿਸਟਮ ਕਨੈਕਟ ਕਰ ਰਿਹਾ ਹੈ ਉਹ ਜੁਆਇੰਟ ਹੈਗਾ, ਚਾਹੇ ਉਹ ਐਲਬੋ ਹੋਏ, ਸ਼ੋਲਡਰ ਹੋਏ, ਨੀ ਹੋਏ, ਐਂਕਲ ਹੋਏ। ਲੇਕਿਨ ਕਿਉਂਕਿ ਨੀ ਜੁਆਇੰਟ ਜਿਹੜਾ ਹੈ ਉਹ ਲਾਰਜੈਸਟ ਜੁਆਇੰਟ ਹੈ ਬੋਡੀ ਦਾ, ਇਹ ਵੇਟ ਬੇਅਰਿੰਗ ਜੁਆਇੰਟ ਹੈ, ਤੇ ਜਿਹੜਾ ਜੁਆਇੰਟ ਸਭ ਤੋਂ ਪਹਿਲਾਂ ਬੋਡੀ ਵਿੱਚ ਖਰਾਬ ਹੁੰਦਾ ਵੈ ਉਹ ਨੀ ਜੁਆਇੰਟ ਹੈਗਾ। ਉਹ ਨੀ ਜੁਆਇੰਟ ਦੀ ਬਣਾਵਟ ਜੇ ਅਸੀਂ ਦੇਖਣ ਦੀ ਕੋਸ਼ਿਸ਼ ਕਰੀਏ ਤੇ ਅਸੀਂ ਦੇਖ ਸਕਦੇ ਹਾਂ ਕਿ ਇਹ ਜਾਂਗ ਦੀ ਹੱਡੀ ਹੈ, ਲੱਤ ਦੀ ਹੱਡੀ ਹੈ, ਇਹਨਾਂ ਦੋ ਹੱਡੀਆਂ ਦੇ ਵਿੱਚ ਇੱਕ ਸਿਸਟਮ ਪਿਆ ਹੋਇਆ ਵਾ ਜੋ ਇਸ ਦੋਨੋਂ ਹੱਡੀਆਂ ਨੂੰ ਕਨੈਕਟ ਕਰ ਰਿਹਾ। ਤੇ ਜਾਂਗ ਦੀ ਹੱਡੀ ਦੇ ਵਿੱਚ ਇੱਕ ਕਵਚ ਹੈਗਾ, ਇੱਕ ਪਰਤ ਹੈਗੀ। ਇਸ ਪਰਤ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਕਾਰਟਿਲੇਜ, ਜਿਹਨੂੰ ਤੁਸੀਂ ਗਰੀਸ ਕਹਿੰਦੇ ਹੋ।
ਇਹ ਗਰੀਸ ਦੀ ਕੈਪ ਹੈ ਜੋ ਹੱਡੀ ਨੂੰ ਢੱਕ ਕੇ ਰੱਖਦੀ ਹੈ। ਇਹੀ ਕੈਪ ਸਿਮਿਲਰਲੀ ਥੱਲੇ ਦੀ ਹੱਡੀ ਵਿੱਚ ਵੀ ਹੈਗੀ, ਔਰ ਵਿੱਚ ਉਹਦੇ ਇੱਕ ਪਾਇਆ ਹੋਇਆ ਹੈ ਕੁਸ਼ਨ, ਜਿਹਨੂੰ ਆਪਾਂ ਸ਼ੌਕ ਐਬਜ਼ੌਰਬਰ ਕਹਿੰਦੇ ਆ। ਤੇ ਬਚਪਨ ਤੋਂ ਜਵਾਨੀ ਤੱਕ ਜਾਂ ਜਵਾਨੀ ਤੋਂ ਬੁਢਾਪੇ ਤੱਕ ਜਿਹੜੀ ਵੀ ਦਿਨਚਰਿਆ ਅਸੀਂ ਕਰ ਰਹੇ ਹਾਂ, ਉਹਦਾ ਸਾਰਾ ਇੰਪੈਕਟ ਇਹ ਪਾਰਟਿਕੂਲਰ ਪੋਰਸ਼ਨ ਤੇ ਪੈ ਰਿਹਾ। ਹੁਣ ਮੰਨ ਲਓ ਕੋਈ ਬੰਦਾ 18 19 20 ਸਾਲ ਦੇ ਵਿੱਚ ਕਾਰ ਐਕਸੀਡੈਂਟ ਹੋ ਜਾਂਦਾ ਹੈ, ਔਰ ਉਹਨੂੰ ਡਾਇਰੈਕਟ ਇੰਪੈਕਟ ਗੋਡੇ ਤੇ ਲੱਗਦਾ ਹੈ। ਤੇ ਗੋਡੇ ਤੇ ਜੇ ਉਹਨੂੰ ਸੱਟ ਲੱਗਦੀ ਹੈ ਤਾਂ ਉਹਦਾ ਇੰਪੈਕਟ ਕਿੱਥੇ ਆਏਗਾ? ਡੈਫੀਨਿਟਲੀ ਇਸ ਸਮਾਨ ਤੇ ਆਏਗਾ। ਹੋ ਸਕਦਾ ਉਹਦੀ ਗੱਦੀ ਕੁਝ ਫਟ ਜਾਏ, ਹੋ ਸਕਦਾ ਉਹਦਾ ਇਹ ਵਾਲਾ ਪੋਰਸ਼ਨ ਕੁਝ ਡੈਮੇਜ ਹੋ ਜਾਏ। ਲੇਕਿਨ ਇੱਕ ਆਮ ਆਦਮੀ ਦੀ ਧਾਰਨਾ ਕੀ ਹੁੰਦੀ ਹੈ? ਉਹ ਨਾਰਮਲੀ ਘਰ ਜਾਂਦਾ ਹੈ, ਦਵਾਈ ਦਾ ਲੇਪ ਲਾਉਂਦਾ ਹੈ, ਕੁਝ ਪੇਨ ਕਿਲਰਸ ਖਾਂਦਾ ਹੈ ਤੇ ਉਹਨੂੰ ਛੱਡ ਦਿੰਦਾ ਹੈ, ਉਹਨੂੰ ਇਨਵੈਸਟੀਗੇਟ ਨਹੀਂ ਕਰਦਾ। ਕੁਝ ਹੀ ਟਾਈਮ ਬਾਅਦ 7-8 ਸਾਲ ਜਾਂ 10 ਸਾਲ ਬਾਅਦ ਉਹ ਆਉਂਦਾ ਹੈ ਸਾਡੇ ਕੋਲ ਕਿ ਡਾਕਟਰ ਸਾਹਿਬ ਮੇਰਾ ਤੇ ਗੋਡਾ ਕੰਮ ਨਹੀਂ ਕਰ ਰਿਹਾ। ਤੇ ਸਾਨੂੰ ਇਹ ਜਾਣਨ ਦੀ ਕੋਸ਼ਿਸ਼ ਹੁੰਦੀ ਹੈ ਕਿ 30 ਸਾਲ ਦੀ ਉਮਰ ਵਿੱਚ ਇਹ ਕਿਉਂ ਆਇਆ ਸਾਡੇ ਕੋਲ। ਤੇ ਜੇ ਉਹਨੂੰ ਇਨਵੈਸਟੀਗੇਟ ਕਰਦੇ ਆ, ਪੁੱਛਦੇ ਆ ਕਿ ਕੀ ਹੋਇਆ ਸੀ ਭਰਾ, ਕੋਈ ਚੋਟ ਲੱਗੀ ਸੀ, ਤੇ ਉਹ ਦੱਸਦਾ ਸਾਨੂੰ ਜੀ 20 ਸਾਲ ਪਹਿਲਾਂ ਮੇਰਾ ਐਕਸੀਡੈਂਟ ਹੋਇਆ ਸੀਗਾ, ਮੈਂ ਕੁਝ ਕੀਤਾ ਨਹੀਂ ਸੀ, ਮੈਂ ਲੇਪ ਲੂਪ ਲਾ ਕੇ ਆਪਣਾ ਠੀਕ ਹੋ ਗਿਆ। ਬਟ ਜਦ ਅਸੀਂ ਐਕਸਰੇ ਕਰਾ ਕੇ ਦੇਖਿਆ, ਇਨਵੈਸਟੀਗੇਟ ਕੀਤਾ, ਤੇ ਸਾਨੂੰ ਕੀ ਦੇਖਿਆ ਕਿ ਇਹ ਵਾਲੀ ਜਿਹੜੀ ਪਰਤ ਸੀਗੀ ਉਹ ਫਟ ਗਈ ਸੀ, ਇਹ ਗੱਦੀ ਫਟ ਗਈ ਸੀ। ਇਹ ਫਟਣ ਕਰਕੇ ਉਹਦਾ ਇੰਪੈਕਟ ਸਿੱਧੇ ਹੱਡੀ ਤੇ ਆ ਗਿਆ। ਤੇ ਕਹਿਣ ਦਾ ਮਤਲਬ ਹੈ ਕਿ ਗੋਡੇ ਨੂੰ ਖਰਾਬ ਕਰਨ ਲਈ ਕਈ ਸਾਰੀ ਚੀਜ਼ਾਂ ਨੇ। ਪਹਿਲੀ ਤੇ ਉਮਰ ਹੈ, 65-70 ਸਾਲ ਵਿੱਚ ਕੋਈ ਬੰਦਾ ਆਏ ਕਹੇ ਕਿ ਗੋਡਾ ਖਰਾਬ ਹੋ ਗਿਆ, ਸਮਝ ਆਉਂਦੀ ਹੈ ਗੱਲ। 30 ਸਾਲ ਵਿੱਚ ਆਏ ਤੇ ਸਮਝਣ ਦੀ ਕੋਸ਼ਿਸ਼ ਕਰਨੀ ਪੈਂਦੀ ਕਿ ਏਦਾਂ ਕਿਉਂ ਹੋਇਆ, ਕੋਈ ਇਨਫੈਕਸ਼ਨ ਤੇ ਨਹੀਂ ਹੋਇਆ, ਕੋਈ ਟਰਾਮਾ ਤੇ ਨਹੀਂ ਹੋਇਆ। ਤੀਜਾ ਜਿਹੜਾ ਮੋਸਟ ਕਾਮਨ ਜਿਹੜੀ ਚੀਜ਼ ਹੈਗੀ ਜਿਹਦੇ ਕਰਕੇ ਗੋਡਾ ਖਰਾਬ ਹੋ ਰਿਹਾ, ਉਹ ਲਾਈਫ ਸਟਾਈਲ। ਹੁਣ ਲਾਈਫ ਸਟਾਈਲ ਵਿੱਚ ਕੀ ਹੈ? ਲਾਈਫ ਸਟਾਈਲ ਵਿੱਚ ਬੋਡੀ ਦਾ ਹਾਈਟ ਐਂਡ weight ਰੇਸ਼ੀਓ, ਹਾਈਟ 5 ਫੁੱਟ 4 ਇੰਚ ਹੈ, weight 80 ਕਿਲੋ ਹੈ, ਤੇ ਯੂ ਆਰ ਓਵਰਬਰਡਨਿੰਗ ਯੋਰ ਨੀ। ਸਿਮਿਲਰਲੀ ਜਿੱਦਾਂ ਬੰਦਾ ਜਿਮ ਜਾਂਦਾ ਹੈ, ਟ੍ਰੈਡਮਿਲ ਕਰਦਾ ਹੈ, ਸਕੁਐਟਸ ਮਾਰਦਾ ਹੈ, ਜਾਂ ਕੋਈ ਫੀਮੇਲ ਹੈ ਜੋ ਲੌਂਗ ਸਟੈਂਡਿੰਗ ਕਿਚਨ ਤੇ ਕੰਮ ਕਰ ਰਹੀ ਹੈ, ਪੌੜੀਆਂ ਚੜ ਉਤਰ ਰਹੀ ਹੈ, ਬੱਚਿਆਂ ਨੂੰ ਚੁੱਕ ਕੇ ਇੱਧਰ ਉੱਧਰ ਫਿਰ ਰਹੀ ਹੈ, ਤੇ ਇਹ ਸਾਰੀ weight bearing ਐਕਟੀਵਿਟੀਜ਼ ਨੇ। weight bearing ਐਕਟੀਵਿਟੀਜ਼ ਦਾ ਜਿਹੜਾ ਇੰਪੈਕਟ ਹੈ ਉਹ ਸਿੱਧੇ ਤੁਹਾਡੇ ਇਸ ਅੰਦਰ ਦੇ ਸਮਾਨ ਤੇ ਪੈ ਰਿਹਾ। ਜਦੋਂ ਇੰਪੈਕਟ ਥੋੜਾ ਘਟਦਾ ਹੈ, ਇਹ ਪਰਤ ਥੋੜੀ ਫਟ ਜਾਂਦੀ ਹੈ ਤੇ ਥੋੜੀ ਹੱਡੀ ਦਿਖਣੀ ਸ਼ੁਰੂ ਹੋ ਗਈ। ਇਹੀ ਇੰਪੈਕਟ ਜਦ ਬਿਲਕੁਲ ਵੱਧ ਜਾਂਦਾ ਹੈ, ਇਹ ਪੂਰੀ ਦੀ ਪੂਰੀ ਹੱਡੀ ਬਾਹਰ ਆ ਗਈ। ਹੁਣ ਇੱਥੇ ਕੀ ਦਿਖ ਰਿਹਾ ਸਾਨੂੰ? ਇਹ ਗੱਦੀ ਖਤਮ ਹੋ ਗਈ, ਇਹ ਸਾਰੀ ਪਰਤ ਖਤਮ ਹੋ ਗਈ। ਪਰਤ ਖਤਮ ਹੋਣ ਦਾ ਮਤਲਬ ਹੈ ਕਿ ਜਿਹੜਾ weight bearing ਕੁਸ਼ਨ ਸੀਗਾ ਜਾਂ weight bearing ਕੈਪ ਸੀਗੀ, ਉਹ ਤੁਹਾਡੇ ਹੱਡੀ ਦੇ ਢਾਂਚੇ ਤੋਂ ਹਟ ਗਈ ਔਰ ਸਾਰਾ ਵਜਨ ਹੱਡੀਆਂ ਤੇ ਆ ਗਿਆ। ਜਿੰਨਾ ਹੀ ਵਜਨ ਹੱਡੀ ਤੇ ਆਏਗਾ ਉਹ ਪੇਨਫੁਲ ਹੋ ਜਾਂਦੀ ਹੈ। ਤੇ ਉਹੀ ਬੰਦਾ ਜਿਹੜਾ 4-5 ਕਿਲੋਮੀਟਰ ਦੀ ਸੈਰ ਆਰਾਮ ਨਾਲ ਕਰਦਾ ਸੀ ਇਸ ਸਿਸਟਮ ਕਰਕੇ, ਉਹੀ ਬੰਦਾ 500 ਮੀਟਰ ਵੀ ਨਹੀਂ ਟੁਰ ਪਾਉਂਦਾ। ਉਹ ਕਹਿੰਦਾ ਕਿ ਮੈਨੂੰ ਲੰਘ ਆਉਂਦੀ ਹੈ, ਮੈਂ ਪੌੜੀਆਂ ਨਹੀਂ ਚੜ ਪਾ ਰਿਹਾ, ਮੈਂ ਚੌਕੜੀ ਨਹੀਂ ਮਾਰ ਪਾ ਰਿਹਾ, ਮੈਂ ਗੋਡੇ ਵਾਲੀ ਕੋਈ ਐਕਟੀਵਿਟੀ ਕਰ ਹੀ ਨਹੀਂ ਪਾ ਰਿਹਾ। ਤੇ ਇਹ ਸਟੇਜ ਹੈ ਜਿੱਥੇ ਹੱਡੀ ਉੱਤੇ ਹੱਡੀ ਇੱਕ ਦੂਜੇ ਨਾਲ ਬਹਿ ਜਾਂਦੀ ਹੈ। ਬਹਿਣ ਦਾ ਮਤਲਬ ਹੈ ਕਿ ਡਾਇਰੈਕਟ ਇੰਪੈਕਟ ਹੈਗਾ ਉਹ ਹੱਡੀ ਤੇ ਹੈ। ਹੁਣ ਜੇ ਉਹ ਇਸ ਵਾਲੀ ਕੰਡੀਸ਼ਨ ਤੇ ਚੱਲ ਰਿਹਾ ਹੈ ਤੇ ਉਹਦੀ ਲਾਈਫ ਸਟਾਈਲ ਖਰਾਬ ਹੋਏਗੀ। ਔਰ ਕਹਿਣ ਦਾ ਮਤਲਬ ਹੈ ਕਿ ਜੇ ਗੱਡੀ ਦੇ ਦੋਨੋਂ ਟਾਇਰ ਫੁੱਸ ਹੋ ਜਾਣ ਔਰ ਖਰਾਬ ਟਾਇਰ ਤੇ ਗੱਡੀ ਚਲਾਓ ਤੇ ਆਟੋਮੈਟਿਕਲੀ ਗੱਡੀ ਨੇ ਖਰਾਬ ਹੋਣਾ ਹੈ। ਤੇ ਇਸ ਸਟੇਜ ਤੇ ਪਹੁੰਚਣ ਦੇ ਬਾਅਦ ਜਿਹੜਾ ਪੇਸ਼ੈਂਟ ਇਹਨੂੰ ਇਗਨੋਰ ਕਰਦਾ ਹੈ, ਅੱਗੇ ਚੱਲਣ ਦੀ ਕੋਸ਼ਿਸ਼ ਕਰਦਾ ਹੈ, ਉਹ ਕਹਿੰਦਾ ਜੀ ਮੇਰੀ ਕਮਰ 'ਚ ਦਰਦ ਆ ਗਿਆ, ਮੇਰਾ ਕੂਲਾ ਦੁਖਦਾ ਹੈ, ਮੇਰੀ ਜਾਂਘਾਂ ਸੁੱਜ ਜਾਂਦੀਆਂ ਨੇ, ਮੇਰਾ ਗੋਡਾ ਸੁੱਜਿਆ ਹੋਇਆ ਹੈ, ਮੇਰੇ ਗਿੱਟੇ ਸੋਜਿਸ਼ ਆ ਰਹੀ, ਮੇਰੇ ਪੰਜਿਆਂ ਵਿੱਚ ਦਰਦ ਹੈਗਾ। ਤੇ ਕਹਿਣ ਦਾ ਮਤਲਬ ਹੈ ਕਿ ਮੇਨ ਜੁਆਇੰਟ ਨੂੰ ਜਦ ਤੁਸੀਂ ਖਰਾਬ ਕਰ ਲਿਆ, ਉਹਦੇ ਕੰਪਲੀਮੈਂਟਰੀ ਜੁਆਇੰਟਸ ਜਿਹੜੇ ਨੇ ਭੈਣ ਭਰਾ, ਉਹ ਵੀ ਪ੍ਰੋਬਲਮ ਵਿੱਚ ਆ ਗਏ। ਤੇ ਇਹ ਵਾਲੀ ਸਟੇਜ ਵਿੱਚ ਅਸੀਂ ਕਹਿੰਦੇ ਆ ਕਿ ਤੁਸੀਂ ਜ਼ਰੂਰ ਆਪਣੇ ਡਾਕਟਰ ਨੂੰ ਮਿਲੋ, ਉਹਨੂੰ ਆਪਣਾ ਐਕਸਰੇ ਕਰਾ ਕੇ ਦੇਖੋ, ਸਮਝਣ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਨਾਲ ਹੋ ਕੀ ਰਿਹਾ। ਔਰ ਇਹ ਵਾਲੀ ਸਟੇਜ ਵਿੱਚ ਹੀ ਅਸੀਂ ਕਹਿੰਦੇ ਆ ਕਿ ਹੁਣ ਤੁਹਾਨੂੰ ਸਰਜਰੀ ਦੀ ਲੋੜ ਹੈਗੀ। ਸਰ ਜਿਵੇਂ ਤੁਸੀਂ ਕਿਹਾ ਕਿ ਲੋਕੀ ਇਨਵੈਸਟੀਗੇਟ ਹੀ ਨਹੀਂ ਕਰਦੇ, ਦੇਖਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਸਾਨੂੰ ਕੋਈ ਪ੍ਰੋਬਲਮ ਵੀ ਹੋ ਸਕਦੀ ਹੈ, ਜਾਂ ਕਹਿ ਸਕਦੇ ਹਾਂ ਕਿ ਕੁਝ ਲੋਕ ਡਰਦੇ ਆ ਕਿ ਕਿਤੇ ਜ਼ਿਆਦਾ ਪ੍ਰੋਬਲਮ ਵੱਧ ਨਾ ਜਾਵੇ। ਸੋ ਉਹਨਾਂ ਲੋਕਾਂ ਨੂੰ ਕੀ ਅਵੇਅਰਨੈਸ ਦਵੋਗੇ ਤੁਸੀਂ ਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ, ਇੱਕ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਆਪਣੀ ਅੱਛੀ ਹੈਲਥ ਲਈ? ਤੇ ਮੈਂ ਜ਼ਰੂਰ ਇਹ ਮੈਸੇਜ ਦਊਂਗਾ ਕਿ ਇਹ ਵਾਲੀ ਭ੍ਰਾਂਤੀਆਂ ਵਿੱਚ ਨਾ ਪਾਓ। ਕਹਿਣ ਦਾ ਮਤਲਬ ਹੈ ਕਿ ਇੱਕ ਪੜ੍ਹੇ ਲਿਖੇ ਆਰਥੋਪੈਡਿਕ ਸਰਜਨ ਕੋਲ ਜਾ ਸਕਦੇ ਹੋ, ਤੁਸੀਂ ਉੱਥੇ ਜਾ ਕੇ ਆਪਣਾ ਐਕਸਰੇ ਕਰਾ ਸਕਦੇ ਹੋ। ਐਕਸਰੇ ਵਿੱਚ ਵੀ ਕਈ ਲੋਕਾਂ ਦੀ ਮਿਥ ਹੈ ਕਿ ਲੋਕੀ ਲੇਟ ਕੇ ਐਕਸਰੇ ਕਰਾਉਂਦੇ ਨੇ। ਜੇ ਲੇਟ ਕੇ ਐਕਸਰੇ ਕਰਾਇਆ ਤੇ ਕਹਿਣ ਦਾ ਮਤਲਬ ਹੈ ਕਿ ਤੁਹਾਡਾ ਗੋਡਾ ਭਾਰ ਨਹੀਂ ਲੈ ਰਿਹਾ ਉਸ ਵੇਲੇ, ਤੇ ਲਾਈਂਗ ਡਾਊਨ ਪੋਜੀਸ਼ਨ ਵਿੱਚ ਕਿਸੇ ਵੀ ਪੇਸ਼ੈਂਟ ਨੂੰ ਕੋਈ ਤਕਲੀਫ ਕਦੀ ਵੀ ਨਹੀਂ ਆਏਗੀ ਔਰ ਤੁਹਾਡਾ ਐਕਸਰੇ ਵੀ ਨਾਰਮਲ ਹੀ ਆਏਗਾ ਕਿਉਂਕਿ ਗੋਡੇ ਉੱਤੇ ਭਾਰ ਹੀ ਨਹੀਂ ਪਿਆ। ਤੁਹਾਨੂੰ ਤਕਲੀਫ ਤਦ ਹੁੰਦੀ ਹੈ ਜਦ ਤੁਸੀਂ ਖੜੇ ਹੁੰਦੇ ਹੋ, ਟੁਰਦੇ ਹੋ। ਤੇ ਐਕਸਰੇ ਜਦ ਵੀ ਕਰਵਾਓ, weight bearing ਐਕਸਰੇ ਕਰਾਓ, ਖੜੇ ਹੋ ਕੇ ਕਰਾਓ, ਔਰ ਐਕਸਰੇ ਵਿੱਚ ਹੀ ਤੁਹਾਨੂੰ ਦਿਖ ਜਾਏਗਾ ਕਿ ਗੋਡੇ ਦਾ ਗੈਪ ਹੈਗਾ ਕਿ ਨਹੀਂ ਹੈਗਾ। ਜੇ ਗੈਪ ਹੈਗਾ, ਹੱਡੀਆਂ ਦੂਰ ਦਿਖ ਰਹੀਆਂ ਨੇ, ਇਹਦਾ ਮਤਲਬ ਅੰਦਰ ਦਾ ਸਮਾਨ ਪ੍ਰੀਜ਼ਰਵਡ ਹੈ।
ਔਰ ਜੇ ਉਹ ਗੈਪ ਖਤਮ ਹੋ ਗਿਆ, ਹੱਡੀ ਆਪਸ ਵਿੱਚ ਜੁੜ ਗਈ ਹੈ, ਜਿੱਦਾਂ ਮੈਂ ਹੁਣੇ ਸਮਝਾਇਆ, ਇਹਦਾ ਮਤਲਬ ਅੰਦਰ ਦਾ ਸਮਾਨ ਖਤਮ ਹੋ ਚੁੱਕਿਆ ਹੈ, ਹੁਣ ਸਾਰਾ ਇੰਪੈਕਟ ਤੁਹਾਡੀ ਹੱਡੀਆਂ ਤੇ ਹੈ। ਇਟ ਮੀਨਸ ਕਿ ਇਹ ਰਾਈਟ ਟਾਈਮ ਹੈ ਕਿ ਤੁਸੀਂ ਕਿਸੇ ਪੜ੍ਹੇ ਲਿਖੇ ਅੱਛੇ ਆਰਥੋਪੈਡਿਕ ਸਰਜਨ, ਆਰਥੋਪੈਡਿਕਸ ਵਿੱਚ ਵੀ ਜਿਹੜਾ ਬੰਦਾ ਜੁਆਇੰਟਸ ਵਿੱਚ ਕੰਮ ਕਰ ਰਿਹਾ, ਜਿਨ੍ਹਾਂ ਦਾ ਜੋੜਾਂ ਦਾ ਕੰਮ ਹੈ ਜ਼ਿਆਦਾ, ਉਹਨਾਂ ਕੋਲ ਜਾ ਕੇ ਸਲਾਹ ਲਓ। ਜੇ ਉਹ ਤੁਹਾਡੀ ਲਾਈਫ ਸਟਾਈਲ ਤੇ ਇੰਪੈਕਟ ਪਾ ਰਿਹਾ ਹੈ, ਟੁਰਨਾ ਫਿਰਨਾ ਔਖਾ ਹੈ, ਟੁਰ ਫਿਰ ਨਹੀਂ ਪਾ ਰਹੇ, ਪੌੜੀ ਚੜ੍ਹਨ ਉਤਰਨ ਦੀ ਦਿੱਕਤ ਹੈ, ਦੈਨ ਡੈਫੀਨੇਟਲੀ ਤੁਹਾਨੂੰ ਇੱਕ ਸਰਜੀਕਲ ਆਪਸ਼ਨ ਚੂਜ਼ ਕਰਨਾ ਚਾਹੀਦਾ ਵੈ। ਸਰਜਰੀ ਵਿੱਚ ਵੀ ਮੈਂ ਨਹੀਂ ਕਹਿੰਦਾ ਕਿ ਤੁਸੀਂ ਐਦਾਂ ਹੀ ਸਰਜਰੀ ਕਰਾਓ, ਅੱਜ ਕੱਲ੍ਹ ਸਰਜਰੀਆਂ ਵੀ ਕਈ ਤਰੀਕੇ ਦੀ ਹੈਗੀਆਂ। ਕਿਹੜੀ ਸਰਜਰੀ ਤੁਹਾਡੇ ਲਈ, ਤੁਹਾਡੇ ਉਸ ਸਟੇਜ ਲਈ ਬੈਸਟ ਹੈਗੀ, ਉਸ ਕਿਹੜੀ ਟੈਕਨੋਲੋਜੀ ਤੁਹਾਡੇ ਲਈ ਬੈਸਟ ਹੈ, ਤੁਸੀਂ ਉਹ ਡਾਕਟਰ ਨਾਲ ਬੈਠ ਕੇ ਰੂਬਰੂ ਸਮਝੋ, ਔਰ ਜੇ ਤੁਹਾਨੂੰ ਸਮਝ ਆਉਂਦਾ ਫਿਰ ਜ਼ਰੂਰ ਕਰਾਓ। ਸੋ ਅਗਰ ਮੈਂ ਇੱਥੇ ਜੁਆਇੰਟ ਰਿਪਲੇਸਮੈਂਟ ਦੀ, ਆਰਥੋਪੈਡਿਕਸ ਦੀ ਗੱਲ ਕਰਾਂ ਤਾਂ ਕਿਹੜੀ ਟੈਕਨੋਲੋਜੀਜ਼ ਹੈਗੀਆਂ, ਰੇਡੀਓਲੋਜੀ, 3D ਇਦਾਂ ਹੁੰਦੀਆਂ, ਤਾਂ ਆਈਵੀ ਹਸਪੀਟਲ ਕਿਹੜੀ ਟੈਕਨੋਲੋਜੀਜ਼ ਆਫਰ ਕਰਦਾ ਆਪਣੇ ਪੇਸ਼ੈਂਟਸ ਦੇ ਲਈ? ਦੇਖੋ, ਜੁਆਇੰਟਸ ਦੀ ਸਰਜਰੀ ਨੂੰ ਜੇ ਮੈਂ ਯੂਨੀਵਰਸਲ ਤੌਰ ਤੇ ਕਹਾਂ 40-50 ਸਾਲ ਹੋ ਗਏ, ਔਰ ਜੁਆਇੰਟ ਦੀ ਸਰਜਰੀਜ਼ ਨੇ ਦਰ ਬਦਰ ਇੱਕ ਐਰਾ ਦੇਖਿਆ ਹੈ ਚੇਂਜ ਦਾ ਟੈਕਨੋਲੋਜੀਜ਼ ਵਿੱਚ, ਠੀਕ ਹੈ। ਮੇਰਾ ਟੀਚਰ ਇਹ ਕਹਿੰਦਾ ਸੀਗਾ ਕਿ ਜਿਹਨੂੰ ਸਰਜਰੀ ਆਂਦੀ ਹੈ ਉਹਨੂੰ ਕਿਸੇ ਟੈਕਨੋਲੋਜੀ ਦੀ ਲੋੜ ਨਹੀਂ ਹੈਗੀ, ਤੇ ਇਹ ਆਪਣੇ ਵਿੱਚ ਇੱਕ ਚੀਜ਼ ਹੈ ਕਿ ਐਕਸਪੀਰੀਅੰਸ ਜਿਨ੍ਹਾਂ ਨੂੰ ਹੈ ਫਿਰ ਉਹਨਾਂ ਨੂੰ ਟੈਕਨੋਲੋਜੀ ਦੀ ਲੋੜ ਨਹੀਂ ਹੈ। ਲੇਕਿਨ ਮੈਂ ਉਹਨੂੰ ਦੂਸਰੀ ਤਰੀਕੇ ਨਾਲ ਸਮਝਾਂ, ਜੇ ਐਕਸਪੀਰੀਅੰਸ ਦੇ ਨਾਲ ਟੈਕਨੋਲੋਜੀ ਜੁੜ ਜਾਏ ਤੇ ਉਸ ਐਕਸਪੀਰੀਅੰਸ ਦੀ ਮਹੱਤਵਤਾ ਵੱਧ ਜਾਂਦੀ ਹੈ। ਇੱਕ ਤੁਹਾਡਾ ਐਕਸਪੀਰੀਅੰਸ ਕੰਮ ਕਰ ਰਿਹਾ ਵਾ, ਇੱਕ ਤੁਹਾਨੂੰ ਟੈਕਨੋਲੋਜੀ ਤੁਹਾਡੇ ਐਕਸਪੀਰੀਅੰਸ ਦਾ ਆਇਨਾ ਵੀ ਦਿਖਾ ਰਹੀ ਹੈ, ਤੇ ਕਿਧਰੇ ਨਾ ਕਿਧਰੇ ਤੁਹਾਡੀ ਐਰਰ ਦੇ ਚਾਂਸਸ ਘਟ ਜਾਂਦੇ ਨੇ। ਤੇ ਮੈਂ ਕਹਿੰਦਾ ਕਿ ਐਕਸਪੀਰੀਅੰਸ ਵਿਦ ਟੈਕਨੋਲੋਜੀ ਇਜ਼ ਦੀ ਬੈਸਟ ਸੋਲੂਸ਼ਨ ਫॉर ਦੀ ਪੇਸ਼ੈਂਟਸ। ਹੁਣ ਜੇ ਆਪਾਂ ਟੈਕਨੋਲੋਜੀ ਦੀ ਗੱਲ ਕਰੀਏ ਤੇ ਇਹਨੂੰ 3 ਭਾਗਾਂ ਵਿੱਚ ਡਿਵਾਈਡ ਕੀਤਾ ਗਿਆ ਹੈ। ਇੱਕ ਹੈ ਕਨਵੈਨਸ਼ਨਲ, ਮਤਲਬ ਹੱਥ ਨਾਲ ਜਿਹੜਾ ਆਪਾਂ ਕਰਦੇ ਹਾਂ। ਜਿਹੜਾ ਬੰਦਾ ਹੱਥ ਨਾਲ ਸਰਜਰੀ ਕਰਦਾ ਹੈ ਉਹਦੇ ਵਾਸਤੇ ਉਹਦਾ ਐਕਸਪੀਰੀਅੰਸ ਲੈਵਲ ਬਹੁਤ ਹਾਈ ਹੋਣਾ ਚਾਹੀਦਾ ਹੈ, ਕਿਉਂਕਿ ਹਰ ਗੋਡਾ ਵੱਖ ਹੈ। ਕੋਈ ਬੰਦਾ ਮੋਟਾ ਹੈਗਾ, ਕੋਈ ਪਤਲਾ ਹੈਗਾ, ਕੋਈ ਛੋਟਾ ਹੈਗਾ, ਕੋਈ ਲੰਬਾ ਹੈਗਾ, ਕਿਸੇ ਦੀ ਹੱਡੀਆਂ ਸੌਫਟ ਨੇ, ਕਿਸੇ ਦੀ ਹੱਡੀਆਂ ਬਹੁਤ ਮਜ਼ਬੂਤ ਨੇ, ਤੇ ਉਹਦਾ ਐਕਸਪੀਰੀਅੰਸ ਉਹਨੂੰ ਦੱਸਦਾ ਵੈ ਕਿ ਇਸ ਪਾਰਟਿਕੂਲਰ ਕੈਟਾਗਰੀ ਆਫ ਪੇਸ਼ੈਂਟ ਵਿੱਚ ਤੁਹਾਡੀ ਸਰਜੀਕਲ ਟੈਕਨੀਕ ਕੀ ਹੋਣੀ ਚਾਹੀਦੀ ਹੈ, ਕਿਸ ਤਰ੍ਹਾਂ ਤੁਹਾਨੂੰ ਇੱਕ ਸਟੇਬਲ ਜੁਆਇੰਟ ਪੇਸ਼ੈਂਟ ਨੂੰ ਮਿਲ ਸਕਦਾ ਹੈ। ਉੱਥੇ ਮੈਂ ਕਹਿੰਦਾ ਕਿ ਕਨਵੈਨਸ਼ਨਲ ਦਾ ਉਪਯੋਗ ਕਰੋ, ਬਹੁਤ ਅੱਛੀ ਟੈਕਨੀਕ ਹੈ, 30-40 ਸਾਲ ਤੋਂ ਚੱਲ ਰਹੀ ਹੈ ਔਰ ਕਾਮਯਾਬ ਵੀ ਰਹੀ ਹੈ। ਕਨਵੈਨਸ਼ਨਲ ਦੇ ਬਾਅਦ ਇੱਕ ਦੌਰ ਆਇਆ ਨੈਵੀਗੇਸ਼ਨ ਦਾ। ਨੈਵੀਗੇਸ਼ਨ ਦੇ ਦੌਰ ਵਿੱਚ ਲੋਕਾਂ ਨੇ ਕੀ ਕੀਤਾ, ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੂਜ਼ ਕਰਨਾ ਸ਼ੁਰੂ ਕੀਤਾ, ਇੱਕ ਸੌਫਟਵੇਅਰ ਡਿਵੈਲਪ ਕੀਤਾ। ਉਸ ਸੌਫਟਵੇਅਰ ਦੇ ਹਿਸਾਬ ਨਾਲ ਉਹਨਾਂ ਨੇ ਹੱਡੀ ਦੀ ਐਕਸਿਸ ਨੂੰ ਨਾਪਿਆ, ਉਹਦੀ ਮੈਕੈਨੀਕਲ ਐਕਸਿਸ, ਉਹਦੀ ਐਨਾਟੋਮਿਕਲ ਐਕਸਿਸ ਨੂੰ ਨਾਪ ਕੇ ਸਕਰੀਨ ਤੇ ਦੇਖਣਾ ਸ਼ੁਰੂ ਕੀਤਾ ਕਿ ਕਿਹੜੇ ਐਂਗਲ ਤੇ ਗੋਡੇ ਨੂੰ ਕਿਸ ਤਰ੍ਹਾਂ ਬਿਠਾਇਆ ਜਾਏ ਕਿ ਇਹ ਬਿਲਕੁਲ ਨਾਰਮਲ ਗੋਡੇ ਦੀ ਤਰ੍ਹਾਂ ਕੰਮ ਕਰੇ, ਨੈਚੁਰਲ ਗੋਡੇ ਦੀ ਤਰ੍ਹਾਂ ਕੰਮ ਕਰੇ। ਉਹਦੇ ਬਾਅਦ ਹੋਰ ਐਡਵਾਂਸਮੈਂਟ ਹੋਈ। ਅੱਜ ਤੋਂ 3 ਸਾਲ ਪਹਿਲਾਂ ਇੱਕ ਗੁਜਰਾਤ ਦੇ ਡਾਕਟਰ ਨੇ 3D ਟੈਕਨੋਲੋਜੀ ਦਾ ਇਨੋਵੇਸ਼ਨ ਕੀਤਾ, ਉਹਨੂੰ ਨੀ3ਵਿਜ਼ ਦੇ ਨਾਂ ਤੇ ਉਹਨੇ ਪ੍ਰਮੋਟ ਕੀਤਾ, ਔਰ ਉਹਦੇ ਬਾਅਦ ਉਹ ਕਈ ਡਾਕਟਰਾਂ ਨੇ ਉਹਦੀ ਇਹ ਪੈਟੈਂਟਡ ਟੈਕਨੀਕ ਨੂੰ ਅਪਣਾਇਆ ਔਰ ਉਹ ਕਾਰਗਰ ਵੀ ਹੋਈ। ਉਸ ਟੈਕਨੀਕ ਦਾ ਫਾਇਦਾ ਇਹ ਹੋਇਆ ਕਿ ਜਿਹੜੀ ਪੁਰਾਣੀ ਟੈਕਨੀਕ ਵਿੱਚ ਅਸੀਂ ਹੱਡੀ ਵਿੱਚ ਡਰਿਲ ਕਰਦੇ ਸੀਗੇ ਔਰ ਰੋਡ ਪਾਉਂਦੇ ਸੀਗੇ, ਰੋਡ ਦੇ ਉੱਤੇ ਜਿਗ ਲਗਾ ਕੇ ਤਦ ਆਪਾਂ ਹੱਡੀ ਦੀ ਕਟਾਈ ਕਰਦੇ ਸੀਗੇ, ਉਹਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਉਹਨੇ ਉਹ ਵਾਲਾ ਸਟੈਪ ਹਟਾ ਦਿੱਤਾ। ਉਹਨੇ 3D CT ਮਾਡਲ ਕੱਢਿਆ। 3D CT ਮਾਡਲ ਤੇ ਆਪਾਂ ਪਹਿਲੇ ਨੀ ਦੀ CT ਸਕੈਨ ਕਰਾਉਂਦੇ ਆ, ਉਹ CT ਸਕੈਨ ਨੂੰ ਆਪਾਂ ਉਸ ਸੌਫਟਵੇਅਰ ਵਿੱਚ ਇੰਸਟਾਲ ਕਰਦੇ ਆ। ਉਹ ਸੌਫਟਵੇਅਰ ਵਿੱਚ ਇੰਸਟਾਲ ਕਰਕੇ ਆਪਾਂ 3 ਡਾਇਮੈਂਸ਼ਨਲ ਕਨਫੀਗਰੇਸ਼ਨ ਲੈਂਦੇ ਆ ਨੀ ਦੀ, ਔਰ ਉਹ ਸਾਨੂੰ ਪ੍ਰੀ ਹੀ ਦੱਸ ਦਿੰਦਾ ਹੈ ਕਿ ਇਸ ਗੋਡੇ ਦਾ ਕਿੰਨਾ ਸਰਫੇਸ ਡੈਮੇਜ ਹੈ। ਤੇ ਕੁਝ ਡਾਕਟਰ ਇਹ ਕਹਿੰਦੇ ਨੇ ਜਾਂ ਪ੍ਰਮੋਟ ਕਰਦੇ ਨੇ ਕਿ ਪੂਰਾ ਗੋਡਾ ਨਹੀਂ ਬਦਲਣਾ ਪਏਗਾ। ਉਹਦਾ ਕਹਿਣ ਦਾ ਮਤਲਬ ਇਹ ਨਹੀਂ ਕਿ ਪੂਰਾ ਗੋਡਾ ਨਹੀਂ ਬਦਲਣਾ ਪਏਗਾ, ਕਹਿਣ ਦਾ ਮਤਲਬ ਹੈ ਕਿ ਕਿਉਂਕਿ ਪ੍ਰੀ ਅਸੈਸਮੈਂਟ ਕੀਤੀ ਹੈ ਤੇ ਗੋਡੇ ਦਾ ਜਿੰਨਾ ਸਰਫੇਸ ਇਹ ਡੈਮੇਜ ਹੈ ਉਨਾ ਸਰਫੇਸ ਹੀ ਆਪਾਂ ਹਟਾਵਾਂਗੇ। ਦੇਖੋ ਕੈਪ ਤੇ ਐਟ ਦਾ ਐਂਡ ਆਫ ਦਾ ਡੇ ਮੈਂ ਤੁਹਾਨੂੰ ਕਿਹਾ ਕਿ ਇਹ ਗੋਡੇ ਦੀ ਕੈਪ ਹੈ, ਇਹ ਕੈਪ ਪੂਰੇ ਸਰਫੇਸ ਤੇ ਚੜਦੀ ਹੈ, ਤੇ ਤੁਸੀਂ ਕੋਈ ਵੀ ਟੈਕਨੋਲੋਜੀ ਯੂਜ਼ ਕਰੋ ਐਟ ਦੀ ਐਂਡ ਆਫ ਦਾ ਡੇ ਇਹ ਕੈਪ ਪੂਰੀ ਸਰਫੇਸ ਤੇ ਹੀ ਚੜਨੀ ਹੈ। ਲੇਕਿਨ ਇਸ ਟੈਕਨੋਲੋਜੀ ਦਾ ਬੈਨੀਫਿਟ ਕੀ ਹੋਇਆ, ਇੱਕ ਤੇ ਰੋਡ ਦੀ ਡਾਲਣੀ ਪਈ, ਐਕਸਟਰਾ ਮੈਡੂਲਰੀ ਹੋ ਗਿਆ, ਦੂਜਾ ਤੁਹਾਨੂੰ ਸਰਫੇਸ ਕਨਫੀਗਰੇਸ਼ਨ ਮਿਲ ਗਈ, ਤਾਂ ਹੀ ਇਹਦਾ ਟਰਮ ਆ ਗਿਆ ਰੀਸਰਫੇਸਿੰਗ। ਆਉਣ ਵਾਲੇ ਟਾਈਮ ਵਿੱਚ ਲੋਕਾਂ ਨੇ ਇਹਨੂੰ ਰੀਸਰਫੇਸਿੰਗ ਕਹਿਣਾ ਸ਼ੁਰੂ ਕਰਤਾ, ਮਤਲਬ ਉਨਾ ਸਰਫੇਸ ਆਪਾਂ ਹਟਾਵਾਂਗੇ ਜਿੰਨਾ ਸਰਫੇਸ ਡੈਮੇਜ ਹੈ। ਔਰ ਉਹ ਕਿੱਦਾਂ ਪਤਾ ਲੱਗਿਆ, ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਥਰੂ ਆਪਾਂ ਪਹਿਲੇ ਹੀ ਸੌਫਟਵੇਅਰ ਤੇ ਕਨਫਿਗਰ ਕਰ ਲਿੱਤਾ। ਇਹਨੂੰ ਆਪਾਂ ਇਹ ਵੀ ਕਹਿੰਦੇ ਆ ਕਿ ਇਹ ਨਾਨ ਰੋਬੋਟਿਕ ਟੈਕਨੋਲੋਜੀ ਹੈ, ਜਿਹਨੂੰ 3D ਕਹਿੰਦੇ ਆ। ਇਟ ਇਜ਼ ਅ ਨਾਨ ਰੋਬੋਟਿਕ ਪ੍ਰੈਜੈਂਟੇਸ਼ਨ ਆਫ ਅ ਨੀ। ਇਹ ਰੋਬੋਟਿਕ ਵਿੱਚ ਕੀ ਹੋਏਗਾ,
ਇਸ ਤੋਂ ਇੱਕ ਸਟੈਪ ਅੱਗੇ ਹੈ ਰੋਬੋਟਿਕ ਇੱਕ ਮਸ਼ੀਨ ਹੈ, ਉਸ ਮਸ਼ੀਨ ਦਾ ਇੱਕ ਸੌਫਟਵੇਅਰ ਹੈ, ਬਟ ਉਹਨੂੰ ਇੰਸਟਾਲ ਕਰਨ ਲਈ ਤੁਹਾਨੂੰ ਇਨਵੇਸਿਵ ਹੋਣਾ ਪਏਗਾ। ਇਨਵੇਸਿਵ ਦਾ ਮਤਲਬ 2-3 ਪਿੰਨਾਂ ਇੱਥੇ ਪਾਓ, 2-3 ਪਿੰਨਾਂ ਥੱਲੇ ਪਾਓ, ਉਨ 2-3 ਪਿੰਨਾਂ ਦੀ ਤਾਰਾਂ ਨੂੰ ਤੁਸੀਂ ਸੌਫਟਵੇਅਰ ਦੇ ਨਾਲ ਅਟੈਚ ਕਰੋ, ਫਿਰ ਉਹ ਤੁਹਾਡੇ ਥੱਲੇ ਦੀ ਹੱਡੀ ਨੂੰ ਰੀਡ ਕਰੇਗੀ ਜਾਂ ਉੱਤੇ ਦੀ ਹੱਡੀ ਨੂੰ ਰੀਡ ਕਰੇਗੀ, ਉਹਦੀ ਕਨਫੀਗਰੇਸ਼ਨ ਸਕਰੀਨ ਤੇ ਆਏਗੀ ਔਰ ਅਕੋਰਡਿੰਗਲੀ ਉਹ ਸਰਫੇਸ ਨੂੰ ਰੀਸਰਫੇਸ ਕਰੇਗਾ, ਤੇ ਉਹ ਇਨਵੇਸਿਵ ਵੇ ਹੈ। ਬਟ ਪੇਸ਼ੈਂਟ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਉਹਦੇ ਲਈ ਕਿਹੜਾ ਠੀਕ ਹੈ। ਹੁਣ ਅੱਜ ਕੱਲ ਇੱਕ ਮਾਰਕੀਟਿੰਗ ਟ੍ਰੈਂਡ ਹੈ ਰੋਬੋਟਿਕ ਕਰਾ ਲਓ, ਰੋਬੋਟਿਕ ਕਰਾਉਣਾ ਠੀਕ ਹੈ, ਲੇਕਿਨ ਰੋਬੋਟਿਕ ਦਾ ਪਲੱਸ ਕੀ ਹੈ, ਉਹਦਾ ਮਾਈਨਸ ਕੀ ਹੈ, ਇਹ ਕਿੱਦਾਂ ਕੀਤੀ ਜਾਂਦੀ ਹੈ, ਇਹ ਮੇਰੇ ਸਰੀਰ ਉੱਤੇ ਕਿੰਨੀ ਨੁਕਸਾਨ ਜਾਂ ਕਿੰਨੀ ਲਾਭਦਾਇਕ ਹੋਏਗੀ, ਉਹਦਾ ਇੱਕ ਪ੍ਰੀ ਅਸੈਸਮੈਂਟ ਮਾਡਲ ਜ਼ਰੂਰ ਦੇਖਣਾ ਚਾਹੀਦਾ ਹੈ ਪੇਸ਼ੈਂਟ ਨੂੰ। ਰੋਬੋਟਿਕ ਵੀ ਵਧੀਆ ਹੈਗਾ, ਰੋਬੋਟਿਕ ਤੋਂ ਬੈਟਰ ਮੈਂ 3D ਨੂੰ ਮੰਨਣਾ, ਕਿਉਂਕਿ 3D ਇੱਕ ਨਾਨ ਇਨਵੇਸਿਵ ਕਨਸੈਪਟ ਹੈ, ਉਹਦੇ ਵਿੱਚ ਤੁਹਾਨੂੰ ਪਿੰਸ ਡਾਲਣ ਦੀ ਲੋੜ ਨਹੀਂ ਹੈ, ਇੱਕ ਆਟੋਮੈਟਿਕ ਕਨਫੀਗਰੇਸ਼ਨ ਹੈ ਜੋ ਤੁਹਾਨੂੰ ਮਿਲ ਰਹੀ ਹੈ ਔਰ ਉਸੇ ਹਿਸਾਬ ਦੀ ਜਿਗ ਲੱਗ ਕੇ ਉਹਦੀ ਕਟਿੰਗ ਕੀਤੀ ਜਾ ਰਹੀ ਹੈ। ਤੇ there are n number of technologies, we have everything in our center under one roof, we present every technology to the patient and patient ਨੂੰ ਡਿਸਾਈਡ ਕਰਨਾ ਹੈ ਕਿ ਭਾਈ ਕਿਹੜੇ ਰਸਤੇ ਉਹ ਚੱਲਣਾ ਚਾਹੁੰਦਾ ਹੈ। ਹੁਣ ਇੱਕ ਤਰੀਕੇ ਦਾ ਐਗਜ਼ਾਮਪਲ ਦੇਣਾ, ਕਿਸੇ ਦਾ ਮੈਂ ਇੱਕ ਇੰਟਰਵਿਊ ਪੜ੍ਹ ਰਿਹਾ ਸੀਗਾ ਇੱਕ ਅੱਛੇ ਡਾਕਟਰ ਦਾ, ਉਹ ਆਪਣੀ ਇੰਟਰਵਿਊ ਦੀ ਇੱਕ ਲਾਈਨ ਵਿੱਚ ਕਹਿ ਰਿਹਾ ਸੀਗਾ ਕਿ ਮੈਨੂੰ X ਥਾਂ ਤੋਂ Y ਥਾਂ ਤੇ ਜਾਣਾ ਹੈ ਔਰ ਮੈਂ ਉਸ Y ਥਾਂ ਤੇ ਪਿਛਲੇ 20-25 ਸਾਲ ਤੋਂ ਜਾ ਰਿਹਾ, ਤੇ ਮੈਨੂੰ ਨੈਵੀਗੇਸ਼ਨ ਦੀ ਲੋੜ ਨਹੀਂ ਹੈ ਕਿਉਂਕਿ ਮੈਨੂੰ ਰਸਤਾ ਪਤਾ ਹੈ, ਮੈਂ ਗੱਡੀ ਸਟਾਰਟ ਕਰਾਂਗਾ Y ਥਾਂ ਤੇ ਮੈਂ 5 ਮਿੰਟ ਪਹੁੰਚ ਜਾਣਾ ਹੈ, ਇਹ ਉਹਦਾ ਐਕਸਪੀਰੀਅੰਸ ਹੈ, ਤਾਂ ਹੀ ਉਹ ਇੰਨਾ ਕੌਨਫੀਡੈਂਟ ਹੈ। ਹੁਣ ਇਹੀ ਕੋਈ ਨਵਾਂ ਬੰਦਾ ਹੈ, ਉਹਨੂੰ ਵੀ X ਥਾਂ ਤੋਂ Y ਥਾਂ ਤੇ ਜਾਣਾ, ਉਹ ਗੱਡੀ 'ਚ ਬਹਿ ਕੇ ਨੈਵੀਗੇਸ਼ਨ ਔਨ ਕਰਦਾ ਹੈ, ਉਹ ਨੈਵੀਗੇਸ਼ਨ ਉਹਨੂੰ ਉਸ ਰਸਤੇ ਤੱਕ ਪਹੁੰਚਾ ਦਿੰਦੀ ਹੈ। ਤੇ ਕਹਿਣ ਦਾ ਮਤਲਬ ਹੈ ਕੋਈ ਵੀ ਚੀਜ਼ ਬੁਰੀ ਜਾਂ ਅੱਛੀ ਨਹੀਂ ਹੈ, ਸਾਰੀ ਚੀਜ਼ਾਂ ਦਾ ਅਵੇਅਰਨੈਸ, ਸਾਰੀ ਚੀਜ਼ਾਂ ਦੀ ਨੌਲੇਜ ਤੁਹਾਨੂੰ ਹੋਣੀ ਚਾਹੀਦੀ ਹੈ। You should have every technology under one roof and you should be able to provide everything to your patient. ਉਹਨੂੰ ਪੇਸ਼ੈਂਟ ਦਾ ਆਪਣਾ ਚੋਇਸ ਹੈ ਕਿ ਉਹ ਕਿਹੜੀ ਟੈਕਨੋਲੋਜੀ ਨੂੰ ਚੂਜ਼ ਕਰਦਾ ਹੈ ਤੇ ਉਹਨੂੰ ਕਿਹੜਾ ਲੱਗਦਾ, ਕਿਉਂਕਿ ਕੁਝ ਟੈਕਨੋਲੋਜੀਜ਼ ਕਾਸਟ ਇਫੈਕਟਿਵ ਨਹੀਂ ਨੇ। ਹੁਣ ਜਿਵੇਂ ਰੋਬੋਟਿਕ ਹੈ, ਹੁਣ ਰੋਬੋਟਿਕ ਦੀ ਮਸ਼ੀਨ 4.5 ਕਰੋੜ ਦੀ ਹੈਗੀ, ਹਸਪੀਟਲ ਜਾਂ ਕੋਈ ਵੀ XYZ ਇੰਸਟੀਚਿਊਟ ਉਹਨੂੰ ਲਏਗਾ, ਤੇ ਜਦ ਲਏਗਾ ਤੇ ਡੈਫੀਨਿਟਲੀ ਉਹਦੀ ਕਾਸਟਿੰਗ ਆਣੀ ਹੈ। ਤੇ ਜਿੱਥੇ ਜਦ ਤੁਸੀਂ ਰੋਬੋਟਿਕ ਆਪ ਕਰ ਰਹੇ ਹੋ ਤੇ ਤੁਹਾਨੂੰ 50,000 ਲੱਖ ਰੁਪਏ ਐਕਸਟਰਾ ਚਾਰਜ ਹੋਏਗਾ, ਠੀਕ ਹੈ, ਬਟ ਇਜ਼ ਇਟ ਵਰਥ, whether those 50,000 or 1 lakh rupees which you are spending is worth for this surgery? ਤੇ ਉਹਦੇ ਵਾਸਤੇ ਤੁਹਾਨੂੰ ਡੇਟਾ ਐਨਾਲਿਸਿਸ ਕਰਨਾ ਬਹੁਤ ਜ਼ਰੂਰੀ ਹੈ। ਡੇਟਾ ਐਨਾਲਿਸਿਸ ਵਿੱਚ ਤੁਸੀਂ ਦੇਖੋ ਕਿ ਜਿਹੜੀ ਹੱਥ ਨਾਲ ਸਰਜਰੀ ਕੀਤੀ ਗਈ ਹੈ ਔਰ ਜਿਹੜੀ ਰੋਬੋਟਿਕ ਨਾਲ ਕੀਤੀ ਗਈ ਹੈ ਉਹਦੇ ਵਿੱਚ ਕੋਈ ਡਿਫਰੈਂਸ ਹੈਗਾ, ਉਹਦੇ ਵਿੱਚ ਕਿਹੜੇ ਡਿਫਰੈਂਸ ਦੇਖਣੇ ਹੈ, ਚੀਰਾ ਵੱਡਾ ਛੋਟਾ ਇੱਕ ਆਪਾਂ ਇਹ ਦੇਖਦੇ ਹਾਂ, ਟਾਈਮ ਜ਼ਿਆਦਾ ਕੀ ਘੱਟ ਇੱਕ ਇਹ ਦੇਖਦੇ ਹਾਂ, ਬਲੱਡ ਲਾਸ ਜ਼ਿਆਦਾ ਕੀ ਘੱਟ ਇੱਕ ਇਹ ਦੇਖਦੇ ਹਾਂ, ਰੇਂਜ ਆਫ ਮੋਸ਼ਨ, ਗੋਡੇ ਦੀ ਸਰਜਰੀ ਦੇ ਬਾਅਦ ਗੋਡਾ ਕਿੰਨਾ ਬੈਂਡ ਹੋ ਰਿਹਾ ਹੈ ਉਹਦਾ ਡਿਫਰੈਂਸ ਪਤਾ ਕਰੋ, ਕਿਹਦੇ ਵਿੱਚ ਬੈਂਡਿੰਗ ਜ਼ਿਆਦਾ ਹੈ, ਪੇਨ ਸਕੋਰ, ਰੋਬੋਟਿਕ ਕਰਾਈ ਤੇ ਇਹ ਪੇਨ ਕਿੰਨਾ ਸੀਗਾ ਤੇ ਨਹੀਂ ਕਰਾਈ ਤਾਂ ਪੇਨ ਕਿੰਨਾ ਸੀਗਾ। ਤੇ देयर आर n ਨੰਬਰ ਆਫ ਫੈਕਟਰਸ ਜਿਹਦੇ ਉੱਤੇ ਪੇਸ਼ੈਂਟ ਨੂੰ ਆਪਣੀ ਜਾਗਰੂਕਤਾ ਨੂੰ ਜਗਾਉਣਾ ਪਏਗਾ, ਬੈਠ ਕੇ ਸਮਝਣਾ ਪਏਗਾ। ਸਿਰਫ ਨਾਂ ਦੇ ਉੱਤੇ ਜਾ ਕੇ ਕਰਾ ਲੈਣਾ ਮੈਨੂੰ ਨਹੀਂ ਲੱਗਦਾ ਕਿ this is the right thing. You should have the knowledge of everything. Your doctor should be able to convince you for a particular thing in a right way. ਔਰ ਜਦ ਤੱਕ ਤੁਹਾਨੂੰ ਲੱਗਦਾ ਹੈ ਕਿ yes this is right and this is good enough for me, go for it. ਹੋਰ ਕੀ ਦੇਖਣਾ ਚਾਹੀਦਾ ਹੈ ਕਿ ਹਾਂ ਮਤਲਬ ਇੱਕ ਰਾਈਟ ਟਾਈਮ ਕਦੋਂ ਹੁੰਦਾ ਹੈ ਕਿ ਯੈਸ ਵੀ ਨੀਡ ਅ ਟ੍ਰੀਟਮੈਂਟ ਰਾਈਟ ਨਾਓ? ਠੀਕ ਹੈ, ਦੇਖੋ ਮੈਂ ਆਪਣੀ 17 ਸਾਲ ਦੀ ਪ੍ਰੈਕਟਿਸ ਵਿੱਚ ਤਕਰੀਬਨ 17,000 ਤੋਂ ਉੱਤੇ ਸਰਜਰੀਆਂ ਕੀਤੀਆਂ ਹੋਣਗੀਆਂ ਔਰ ਜਗ੍ਹਾ ਕੀਤੀਆਂ ਨੇ, ਇੰਗਲੈਂਡ, ਆਸਟ੍ਰੇਲੀਆ, ਜਰਮਨੀ, ਅਹਿਮਦਾਬਾਦ, ਚੰਡੀਗੜ੍ਹ ਮੈਂ ਪਿਛਲੇ 5 ਸਾਲਾਂ ਤੋਂ ਕਰ ਰਿਹਾ ਹਾਂ। ਤੇ ਐਕਸਪੀਰੀਅੰਸ ਦੇ ਨਾਲ, ਟਾਈਮ ਦੇ ਨਾਲ ਆਪਾਂ ਆਪਣੀ ਟੈਕਨੋਲੋਜੀ ਨੂੰ ਰਿਵਾਈਜ਼ ਕਰਦੇ ਚਲੇ ਗਏ। ਅੱਜ ਤੋਂ 5 ਸਾਲ ਪਹਿਲਾਂ ਮੈਂ ਬਤੇਰੀਆਂ ਚੀਜ਼ਾਂ ਲੈ ਕੇ ਆ ਗਿਆ ਸੀਗਾ। ਅੱਜ ਤੋਂ 5 ਸਾਲ ਪਹਿਲਾਂ ਮੈਂ ਇਹ ਕੀਤਾ ਸੀਗਾ ਕਿ ਚੀਰਾ 4-5 ਇੰਚ ਦਾ ਕਰ ਦਿੱਤਾ ਸੀ, ਪਿਸ਼ਾਬ ਦੀ ਨਲੀ, ਖੂਨ ਦੀ ਨਲੀ ਨਹੀਂ, ਰੀੜ੍ਹ ਦੀ ਹੱਡੀ 'ਚ ਕੋਈ ਪਾਈਪ ਨਹੀਂ, ਜੋ ਕਿ ਨਾਰਮਲੀ ਲੋਕ ਪਾਉਂਦੇ ਨੇ, ਬੇਹੋਸ਼ੀ ਵਾਲੀ ਇੱਕ ਪਾਈਪ ਪਾ ਦਿੰਦੇ ਨੇ, ਐਪੀਡਿਊਰਲ ਕਹਿੰਦੇ ਆ, ਆਪਾਂ ਹਟਾ ਦਿੱਤਾ ਸੀਗਾ। ਆਪਰੇਸ਼ਨ ਦੇ 4-6 ਘੰਟੇ ਵਿੱਚ ਅਸੀਂ ਖੜਾ ਕਰਨਾ ਸ਼ੁਰੂ ਕਰਤਾ ਸੀਗਾ, ICU ਵਿੱਚ ਨਹੀਂ ਰੱਖਦੇ ਸੀਗੇ, ਦੂਜੇ ਦਿਨ ਤੋਂ ਪੌੜੀਆਂ ਚੜਾ ਦਿੰਦੇ ਸੀਗੇ। ਮਹੀਨੇ ਦੇ ਅੰਦਰ ਅਸੀਂ ਦੇਖਦੇ ਸੀ ਕਿ ਪੇਸ਼ੈਂਟ ਚੌਕੜੀ ਮਾਰ ਕੇ ਆਪਣੇ ਬਿਸਤਰ ਤੇ ਬਹਿ ਰਿਹਾ, 6 ਮਹੀਨੇ ਬਾਅਦ ਜ਼ਮੀਨ ਤੇ ਪੈ ਰਿਹਾ। ਇਹ ਸਾਰੀ ਚੀਜ਼ਾਂ ਆਪਾਂ ਪਿਛਲੇ 5 ਸਾਲ ਤੋਂ ਆਲਰੇਡੀ ਇਨੋਵੇਟ ਕਰਕੇ
ਲਿਆਂਦੇ ਗਏ ਆ। ਹੁਣ ਟੈਕਨੋਲੋਜੀਜ਼ 3D, ਆਰਟੀਫੀਸ਼ੀਅਲ ਇੰਟੈਲੀਜੈਂਸ, ਰੋਬੋਟਿਕ, ਇਹ ਸਭ ਆ ਗਈਆਂ। ਗੱਲ ਆਂਦੀ ਹੈ ਕਿ ਜੇ ਆਪਾਂ ਨੂੰ ਇਨ ਸਭ ਚੀਜ਼ਾਂ ਤੋਂ ਬਚਣਾ ਵੈ ਜਾਂ ਇਸ ਨੀ ਸਰਜਰੀ ਤੋਂ ਬਚਣਾ ਵੈ, ਤੇ what are the alarming points and what are the alarming times? There should be a balance between your diet intake and ਉਹਦਾ ਜਿਹੜਾ ਆਊਟਪੁੱਟ ਹੈ, ਮਤਲਬ ਜਿੰਨਾ ਖਾ ਰਹੇ ਉਹਨੂੰ ਪਚਾਣਾ ਵੀ ਹੈ। ਤੇ ਤੁਸੀਂ ਖਾਂਦੇ ਪੀਂਦੇ ਹੋ ਤੇ ਆਪਣਾ ਰੈਗੂਲਰ ਐਕਸਰਸਾਈਜ਼ ਇਜ਼ ਮਸਟ। ਹਾਈਟ ਐਂਡ weight ratio balance has to be maintained। ਤਾਂ ਸਾਡੇ ਕੋਲ ਐਲਗੋਰਿਦਮ ਬਣਿਆ ਹੋਇਆ ਹੈ, 5 ਫੁੱਟ 2 ਇੰਚ ਹਾਈਟ ਹੈ ਤੇ ਇੰਨੀ weight ਹੋਣਾ ਚਾਹੀਦਾ, 5 ਫੁੱਟ 8 ਇੰਚ ਹਾਈਟ ਹੈ ਤਾਂ ਇੰਨਾ। ਉਸ ਜਿਸ weight balance ਨੂੰ ਤੁਸੀਂ ਰੇਸ਼ੀਓ ਨੂੰ ਮੇਨਟੇਨ ਕਰ ਰਹੇ ਹੋ, ਗੁੱਡ ਇਨਫ। ਰੈਗੂਲਰ ਵਾਕਸ ਇਹ ਕਰਨਾ ਬਹੁਤ ਜ਼ਰੂਰੀ ਹੈ। ਗੋਡੇ ਦੇ ਭਾਰ ਵਾਲੀ ਐਕਸਰਸਾਈਜ਼ਸ ਨਾ ਕਰੋ, ਜਿਵੇਂ ਜ਼ਮੀਨ ਤੇ ਬਹਿ ਕੇ ਝਾੜੂ ਪੋਛਾ ਹੁੰਦਾ ਹੈ, ਗੋਡੇ ਤੇ ਭਾਰ ਬਹਿ ਕੇ ਯੋਗਾ ਹੁੰਦਾ ਹੈ, ਗੋਡੇ ਤੇ ਭਾਰ ਬਹਿ ਕੇ ਗਾਰਡਨਿੰਗ ਹੁੰਦੀ ਹੈ, ਦੌੜ ਕੇ ਪੌੜੀਆਂ ਚੜ ਜਾਂਦੇ ਹੋ, ਦੌੜ ਕੇ ਪੌੜੀਆਂ ਉਤਰ ਜਾਂਦੇ ਹੋ, ਗੋਡੇ ਦੇ ਜ਼ਮੀਨ ਤੇ ਚੌਕੜੀ ਮਾਰ ਕੇ ਤੁਸੀਂ ਪੂਜਾ ਕਰਦੇ ਹੋ। ਇਹ ਸਾਰੀ ਚੀਜ਼ਾਂ ਫੀਮੇਲਸ ਹੈਗੀਆਂ। ਫੀਮੇਲਸ ਵਿੱਚ ਕਿਹੜੇ ਅਲਾਰਮਿੰਗ ਟਾਈਮਸ ਹੈਗੇ? ਵਨ ਇਜ਼ when the female gets married and when she conceives, ਜਦ ਬੱਚਾ ਹੁੰਦਾ ਹੈ, ਜਦ ਬੱਚਾ ਬ੍ਰੈਸਟ ਫੀਡ ਤੇ ਆਉਂਦਾ, ਤੇ ਬ੍ਰੈਸਟ ਫੀਡ ਤੇ ਆਉਣ ਦੇ ਟਾਈਮ ਜਦ ਵਿਟਾਮਿਨ ਡੀ, ਕੈਲਸ਼ੀਅਮ ਬੋਡੀ ਤੋਂ ਨਿਕਲਦਾ ਹੈ ਕਿਉਂਕਿ ਬੱਚਾ ਦੁੱਧ ਦਾ ਸੇਵਨ ਕਰ ਰਿਹਾ, ਉਸ ਸਮੇਂ ਫੀਮੇਲਸ ਨੂੰ ਆਈਡੀਆ ਨਹੀਂ ਹੁੰਦਾ। ਜ਼ਿਆਦਾਤਰ ਡਾਕਟਰ ਉਹਨਾਂ ਨੂੰ ਇਹ ਨੌਲੇਜ ਨਹੀਂ ਦਿੰਦੇ ਕਿ ਤੁਸੀਂ ਇਸ ਸਮੇਂ ਕੈਲਸ਼ੀਅਮ ਔਰ ਵਿਟਾਮਿਨ ਡੀ ਦੇ ਸਪਲੀਮੈਂਟਸ ਲਓ। ਦੂਜਾ, ਜਦ ਉਹਨਾਂ ਦਾ ਮੀਨੋਪੌਜ਼ ਆਉਂਦਾ 40-45 ਦੀ ਏਜ ਵਿੱਚ, ਅਗੇਨ ਦੇਰ ਇਜ਼ ਐਨ ਹਾਰਮੋਨਲ ਡਿਸਬੈਲੈਂਸ। ਵਿਟਾਮਿਨ ਡੀ, ਕੈਲਸ਼ੀਅਮ ਬਹੁਤ ਭਾਰੀ ਮਾਤਰਾ ਵਿੱਚ ਯੂਰਿਨ ਦੇ ਰਸਤੇ ਨਿਕਲਦਾ ਹੈ, ਉਸ ਸਮੇਂ ਵੀ ਉਹਨਾਂ ਦੀ ਬੋਨ ਸੌਫਟ ਹੁੰਦੀਆਂ ਨੇ। ਅਗੇਨ ਵੀ ਹੈਵ ਟੂ ਟੀਚ them, we have to alarm them ਕਿ this is the right time, you should be aware about your body। ਬੱਚਾ ਹੋਣ ਦੇ ਬਾਅਦ ਜ਼ਿਆਦਾਤਰ ਫੀਮੇਲਸ ਦੇ ਪੁੱਟ ਅਪ weight, why? Again because there is a hormonal change। ਉਸ ਸਮੇਂ ਜੇ ਫੀਮੇਲਸ ਨੂੰ ਅਵੇਅਰਨੈਸ ਦਿੱਤੀ ਜਾਏ ਕਿ this is the right time, you should get back to your exercise regime, ਕਿ ਤੁਸੀਂ ਆਪਣੇ ਇਸ weight ਨੂੰ, ਆਪਣੀ ਬੋਡੀ ਨੂੰ ਆਲਟਰ ਨਾ ਹੋਣ ਦਿਓ। ਫੁੱਟਵੇਅਰਸ, ਹੁਣ ਜਿਵੇਂ ਹੀਲਸ ਹੈਗੀਆਂ, ਜਿਹੜੀ ਫੀਮੇਲ ਹੀਲਸ ਬਹੁਤ ਪਾਉਂਦੀਆਂ ਨੇ, ਹੀਲਸ ਦਾ ਜਿਹੜਾ ਕਨਫੀਗਰੇਸ਼ਨ ਹੈ ਦੇਖੋਗੇ, ਥੱਲੇ ਦਾ ਪੋਰਸ਼ਨ ਹਾਈ ਹੈ, ਅੱਗੇ ਦਾ ਪੋਰਸ਼ਨ ਫਲੈਟ ਹੈ। ਦੇਰ ਇਜ਼ ਐਨ ਏਸਿਮੈਟ੍ਰਿਕਲ ਬੈਲੈਂਸ ਬਿਟਵੀਨ ਦਾ ਫੁੱਟਵੇਅਰ। ਪਿੱਛੇ ਬਹੁਤ ਫੋਰਸ ਹੈਗਾ, ਅੱਗੇ ਕੋਈ ਫੋਰਸ ਨਹੀਂ ਹੈਗਾ, ਸਾਰਾ ਫੋਰਸ ਗੋਡੇ ਤੇ ਆ ਰਿਹਾ, ਗੋਡਾ ਖਰਾਬ ਹੋ ਰਿਹਾ। ਤੇ ਦੇਰ ਆਰ ਐਨ ਨੰਬਰ ਆਫ ਥਿੰਗਸ ਜਿਹਦਾ ਐਜੂਕੇਸ਼ਨ ਡਾਕਟਰ ਕੋਲ ਲੈ ਕੇ ਬੈਠਣਾ ਚਾਹੀਦਾ, ਸਿੱਖਣਾ ਜਾਣਨਾ ਚਾਹੀਦਾ ਕਿ ਕਿਹੜੀ ਚੀਜ਼ਾਂ ਆਪਾਂ ਨਾ ਕਰੀਏ ਜਿਹਦੇ ਕਰਕੇ ਸਾਡਾ ਗੋਡਾ ਜਾਂ ਜੁਆਇੰਟ ਬਚ ਜਾਏ। ਬਟ ਅਗਰ ਮੈਂ ਕੇਸਿਸ ਦੀ ਗੱਲ ਕਰਾਂ ਤਾਂ ਕਿਹੜੀ ਚੀਜ਼ਾਂ ਕਾਮਨ ਨੇ ਅੱਜ ਕੱਲ੍ਹ, ਤੇ ਕਿਹੜੇ ਕਿਸ ਟਾਈਪ ਦੇ ਕੇਸਿਸ ਜਾਂ ਪੇਸ਼ੈਂਟਸ ਜ਼ਿਆਦਾ ਆਉਂਦੇ ਤੁਹਾਡੇ ਕੋਲ ਜੁਆਇੰਟ ਰਿਪਲੇਸਮੈਂਟ ਦੇ ਤੌਰ ਤੇ? ਹੁਣ ਮੇਰੇ ਕੋਲ ਜ਼ਿਆਦਾਤਰ ਪੇਸ਼ੈਂਟ ਜਿਹੜੇ ਨੇ ਉਹ ਗਠੀਆ ਦੇ ਆਉਂਦੇ ਨੇ, ਨੀ ਜੁਆਇੰਟ ਦੀ ਪ੍ਰੋਬਲਮ ਨਾਲ ਆਉਂਦੇ ਨੇ, ਸੈਕੰਡਰੀਲੀ ਉਹਦੇ ਬਾਅਦ ਆਉਂਦੇ ਨੇ ਹਿਪ ਦੀ ਪ੍ਰੋਬਲਮਸ ਨਾਲ। ਤੇ ਜਿਹੜੀ ਵੀ ਐਂਡ ਸਟੇਜ ਡਿਜ਼ੀਜ਼ ਹੈ, ਜੋ ਮੈਂ ਦੱਸੀ ਕਿ ਜਿੱਥੇ ਕੂਲਾ ਇਹ ਪੂਰਾ ਸਰਫੇਸ ਖਰਾਬ ਹੋ ਗਿਆ, ਉਸ ਐਂਡ ਸਟੇਜ ਡਿਜ਼ੀਜ਼ ਤੇ ਆਪਾਂ ਸਰਜਰੀ ਕਹਿੰਦੇ ਆ ਕਿ ਕਰਾ ਲੈਣੀ ਚਾਹੀਦੀ ਹੈ। ਸਰਜਰੀ ਦੀ ਜਿਹੜੀ ਸਕਸੈਸ ਰੇਟ ਹੈ ਉਹ 100% ਹੋ ਸਕਦੀ ਹੈ ਜੇ ਐਕਸਪੀਰੀਅੰਸ ਔਰ ਟੈਕਨੋਲੋਜੀ ਨਾਲ ਚੱਲ ਰਹੀਆਂ ਨੇ, ਠੀਕ ਹੈ। ਤੇ ਮੈਂ ਆਪਣੀ ਲਾਈਫ ਵਿੱਚ ਜਾਂ ਆਪਣੇ ਜਿਹੜੇ ਵੱਡਿਆਂ ਨੂੰ ਦੇਖਿਆ, ਜਿਹੜੇ ਮੇਰੇ ਟੀਚਰਸ ਰਹੇ ਨੇ, 20 25 25 30 ਸਾਲ ਮੈਂ ਦੇਖਿਆ ਗੋਡੇ ਦੀ ਸਰਜਰੀ ਦੇ ਬਾਅਦ ਇੱਕ ਅੱਛੀ ਲਾਈਫ ਸਟਾਈਲ ਦੇ ਨਾਲ ਕੱਢਦੇ। ਮੇਰੇ ਫਾਦਰ ਸਾਹਿਬ ਨੇ 12 ਸਾਲ ਕੱਢੇ ਆਫਟਰ ਹਿਸ ਨੀ ਸਰਜਰੀ ਐਂਡ ਹੀ ਵਾਸ ਵੈਰੀ ਹੈਪੀ ਵਿਦ ਇਟ। ਤੇ ਇਹਦੇ ਵਿੱਚ 3 W's ਕੰਮ ਕਰਦੇ ਨੇ। ਪਹਿਲਾ W ਹੈ ਵੇਅਰ, ਤੇ ਜਦ ਵੀ ਸਿਲੈਕਟ ਕਰੋ ਇਨਫਰਾਸਟ੍ਰਕਚਰ ਸ਼ੁੱਡ ਬੀ ਗੁੱਡ। ਜਿਹੜੇ ਹਸਪਤਾਲ ਦੇ ਅੰਦਰ ਇੱਕ ਛੱਤ ਦੇ ਥੱਲੇ ਸਾਰੀ ਸੁਵਿਧਾ ਮੁਹੱਈਆ ਕਰਾਈਆਂ ਜਾ ਰਹੀਆਂ ਨੇ, ਸਾਰੇ ਸਬਜੈਕਟ ਦੇ ਡਾਕਟਰਸ ਹੈਗੇ, ਉੱਥੇ ਕਰਾਓ। ਤੇ ਇਟ ਸ਼ੁੱਡ ਨਾਟ ਬੀ ਅ ਸਮਾਲ ਹਸਪੀਟਲ, ਬਿਕੋਜ਼ ਏਦਾਂ ਨਹੀਂ ਕਿ ਉਹ ਹਸਪੀਟਲ ਕਰ ਨਹੀਂ ਸਕਦੇ, ਸਰਜਰੀ ਹੋ ਸਕਦੀ ਹੈ, ਬਟ ਜੇ ਕੋਈ ਮੇਜਰ ਪ੍ਰੋਬਲਮ ਆ ਗਈ ਫਿਰ ਪੇਸ਼ੈਂਟ ਫਸ ਜਾਏਗਾ। ਤੇ you should look for a good center। Then comes second W comes is when is it the right time? ਵਾਕਈ ਕਿ ਮੇਰਾ ਜੋੜ ਖਰਾਬ ਹੋ ਗਿਆ ਹੈ, ਉਹਦੇ ਸਾਈਨ ਐਂਡ ਸਿਗਨਲਸ ਮੈਂ ਤੁਹਾਨੂੰ ਹੁਣੇ ਦੱਸੇ। ਐਂਡ ਥਰਡ whom, ਕਿਹਦੇ ਤੋਂ ਕਰਾਣੀ ਹੈ। ਇਹ 3 W's ਦਾ ਹੀ ਰੋਲ ਹੈ। ਉਹਦੇ ਤੋਂ ਕਰਾਓ ਜਿਹਦੇ ਕੋਲ ਇੱਕ ਬੈਲੈਂਸਡ ਵਰਕ ਹੈ, ਜੋ ਤੁਹਾਡੇ ਨਾਲ ਹਰ ਪੀਰੀਅਡ ਵਿੱਚ ਤੁਹਾਡੇ ਨਾਲ ਤੁਹਾਡਾ ਡਾਕਟਰ ਖੜਿਆ ਹੈ, ਸਰਜਰੀ ਤੋਂ ਪਹਿਲਾਂ, ਸਰਜਰੀ ਦੇ ਦੌਰਾਨ ਔਰ ਸਰਜਰੀ ਦੇ ਬਾਅਦ। ਏਦਾਂ ਨਾ ਹੋਏ ਕਿ ਸਰਜਰੀ ਦੇ ਬਾਅਦ ਤੁਸੀਂ ਆਪਣੇ ਡਾਕਟਰ ਨੂੰ ਲੱਭ ਰਹੇ ਹੋ ਔਰ ਮਿਲ ਨਹੀਂ ਰਿਹਾ because of the overwork। So these are the 3 W's which are very important in any patient's life for any kind of surgery। It's just not about knee surgery, it's about any surgery। ਜਿਹੜੀ ਵੀ ਸਰਜਰੀ ਵਾਸਤੇ ਸੋਚ ਰਹੇ ਹੋ 3 W's ਹੀ ਕੰਮ ਆਉਂਦੇ ਨੇ। Now coming to the point, ਅਸੀਂ ਦਰ time to time we are improving with our subject। So ਆਉਣ ਵਾਲਾ ਟਾਈਮ ਰੋਬੋ 3D ਦਾ ਟਾਈਮ ਹੈ। ਰੋਬੋ 3D ਵਿੱਚ robotic plus 3D
ਜਿਹਨੂੰ ਕਹਿੰਦੇ ਨੇ combination of both the technologies along with the experience. So we are going to introduce Robo 3D technique very soon, ਜਿਹਦੇ ਵਿੱਚ robotic plus 3D ਦਾ ਇੱਕ ਕਸਟਮਾਈਜ਼ਡ ਵਰਜ਼ਨ ਪੇਸ਼ੈਂਟਸ ਨੂੰ ਦਿੱਤਾ ਜਾਏਗਾ। ਉਹਨਾਂ ਨੂੰ ਔਨ ਸਕਰੀਨ ਹੀ ਪਹਿਲਾਂ ਸਾਰਾ ਕੁਝ ਦਿਖਾ ਦਿੱਤਾ ਜਾਏਗਾ, ਉਹਨਾਂ ਦੀ ਪ੍ਰੀ ਪਲੈਨਿੰਗ, ਕਿ ਉਹ ਆਪਣੀ ਪੂਰੀ ਸਰਜਰੀ ਨੂੰ ਸਕਰੀਨ ਤੇ ਦੇਖ ਸਕਦੇ ਨੇ ਕਿ ਇਹ ਪੂਰੀ ਸਰਜਰੀ ਦੀ ਕਿੱਦਾਂ ਪਲੈਨਿੰਗ ਹੈ, ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਔਰ ਕਿਸ ਤਰ੍ਹਾਂ ਹੋਏਗੀ, ਜਿਹਦੇ ਵਿੱਚ ਸਰਜਨ ਦਾ ਐਕਸਪੀਰੀਅੰਸ, ਰੋਬੋਟਿਕ ਸੌਫਟਵੇਅਰ ਦੀ ਕਨਫਿਗਰੇਸ਼ਨ ਔਰ 3D ਟੈਕਨੋਲੋਜੀ ਦੀ ਪ੍ਰੀ ਅਸੈਸਮੈਂਟ, ਇਹ ਤਿੰਨੋਂ ਮੁਹੱਈਆ ਕੀਤੀ ਜਾਣਗੀਆਂ। ਔਰ ਮੈਨੂੰ ਲੱਗਦਾ ਹੈ ਕਿ ਇਹਦੇ ਆਉਣ ਦੇ ਬਾਅਦ ਪੇਸ਼ੈਂਟ ਕਾਫੀ ਦਰ ਤੱਕ ਸੈਟਿਸਫਾਈਡ ਰਹਿਣ ਵਾਲਾ ਹੈ ਔਰ ਉਹਨਾਂ ਨੂੰ ਕਾਫੀ ਹੱਦ ਤੱਕ ਇੱਕ ਅਚੀਵਮੈਂਟ ਵਾਲੀ ਫੀਲਿੰਗ ਆਉਣ ਵਾਲੀ ਹੈ ਕਿ ਮੈਂ ਸਰਜਰੀ ਦੇ ਬਾਅਦ ਸਭ ਕੁਝ ਕਰਾ ਸਕਦਾ ਹਾਂ। ਕਹਿ ਸਕਦੇ ਹੋ ਉਸ ਕਰਕੇ ਪੇਸ਼ੈਂਟ ਆਈ ਥਿੰਕ ਮੈਂਟਲੀ ਪ੍ਰੀਪੇਅਰਡ ਹੋ ਜਾਊਗਾ ਕਿ ਸਾਡੇ ਨਾਲ ਕੀ ਹੋਣ ਵਾਲਾ ਹੈ, ਸਰਜਰੀ ਕਿਵੇਂ ਹੋਊਗੀ ਤੇ ਕਿੱਦਾਂ ਇਹ ਸਾਰਾ ਪ੍ਰੋਸੈਸ ਹੋਊਗਾ। ਦੇਖੋ ਟੈਕਨੋਲੋਜੀ ਜਦ ਇੱਕ ਪ੍ਰੀ ਪਲੈਨਿੰਗ ਸਰਜਰੀ ਦਿਖਾਉਂਦੇ ਹੋ ਤੇ ਕਿਧਰੇ ਨਾ ਕਿਧਰੇ ਪੇਸ਼ੈਂਟ ਦਾ ਮੈਂਟਲ ਬੈਲੈਂਸ ਔਰ ਮੈਂਟਲ ਐਕਿਊਮੈਨ ਤੇ ਬਣਦਾ ਹੀ ਹੈ। ਬਟ ਮੈਂ ਕਹਿੰਦਾ ਕਿ ਸਿਰਫ ਸਰਜਰੀ ਕਰਨਾ ਵੱਡੀ ਗੱਲ ਨਹੀਂ ਹੈ, ਸਰਜਰੀ ਨੂੰ ਪਾਲਣਾ ਵੱਡੀ ਗੱਲ ਹੈ ਨਾ। ਤੁਸੀਂ ਅੱਖ ਵਿੱਚ ਲੈਂਸ ਪਾ ਦਿੱਤਾ, ਲੈਂਸ ਤੇ ਪਾ ਦਿੱਤਾ ਹੈ, ਬਟ ਉਸ ਲੈਂਸ ਦੇ ਪਾਉਣ ਦੇ ਬਾਅਦ ਪੇਸ਼ੈਂਟ ਨੂੰ ਕੀ ਹੋਣ ਵਾਲਾ ਹੈ? Is he going to see everything clearly immediately after the surgery, or there are certain things which are going to come within first 2 months of the surgery? So what we have adopted is we have adopted a very good pre-counseling sessions for the patient where ਆਪਾਂ ਸਰਜਰੀ ਤੋਂ ਪਹਿਲਾਂ ਇਹ ਦੱਸਦੇ ਹਾਂ ਕਿ ਇਹ ਸਰਜਰੀ ਦੇ ਬਾਅਦ ਤੁਹਾਨੂੰ ਕੀ ਹੋਣ ਵਾਲਾ ਹੈ। ਤੇ ਮੇਰੇ ਪੇਸ਼ੈਂਟਸ ਨੂੰ ਜ਼ਿਆਦਾਤਰ ਪਤਾ ਹੁੰਦਾ ਹੈ ਕਿ ਪਹਿਲੇ 2 ਮਹੀਨਿਆਂ ਵਿੱਚ ਇਹ ਚੀਜ਼ਾਂ ਆਉਣਗੀਆਂ, ਉਹ ਇਹ ਚੀਜ਼ਾਂ ਦਾ ਜਿਹੜਾ ਪੀਕ ਹੈਗਾ ਅਗਲੇ 2 ਮਹੀਨੇ ਵਿੱਚ ਘਟੇਗਾ, ਲਾਸਟ ਦੇ 2 ਮਹੀਨੇ ਵਿੱਚ ਇਹ ਗਾਇਬ ਹੋ ਜਾਏਗਾ। ਤੇ ਪ੍ਰੀ ਅਸੈਸਮੈਂਟ, ਪ੍ਰੀ ਕਾਉਂਸਲਿੰਗ ਇਜ਼ ਵੈਰੀ ਇੰਪੋਰਟੈਂਟ। ਪੇਸ਼ੈਂਟ ਪ੍ਰੀ ਕਾਉਂਸਲਡ ਹੁੰਦਾ, ਉਹਨੂੰ ਪਤਾ ਹੁੰਦਾ ਕਿ ਮੇਰੇ ਡਾਕਟਰ ਸਾਹਿਬ ਨੇ ਸਾਰਾ ਕੁਝ ਦੱਸਿਆ ਹੋਇਆ, ਮੈਨੂੰ ਇਹ ਹੋ ਰਿਹਾ ਵਾ ਤੇ ਨਾਰਮਲ ਹੈ ਤੇ ਇਹ ਵਕਤ ਦੇ ਨਾਲ ਚਲਾ ਜਾਏਗਾ। ਉਹ ਪੇਸ਼ੈਂਟਸ ਜ਼ਿਆਦਾ ਸੈਟਿਸਫਾਈਡ ਰਹਿੰਦੇ ਨੇ ਐਂਡ ਦੈਟ ਇਜ਼ ਵੇਅਰ ਵੀ ਵਿਨ ਆਵਰ ਪੇਸ਼ੈਂਟਸ, ਕਿ ਉਹਨਾਂ ਦੀ ਉਸ ਸੈਟਅਪ ਆਫ ਮਾਈਂਡ ਨੂੰ ਅਸੀਂ ਵਿਨ ਕੀਤਾ ਹੋਇਆ ਜਿੱਥੇ ਉਹ ਡਰਦਾ ਹੈ, ਜਿੱਥੇ ਉਹਨੂੰ ਲੱਗਦਾ ਹੈ ਕਿ ਇਹ ਸਰਜਰੀ ਦਾ ਪਤਾ ਨਹੀਂ ਕੀ ਹੋ ਜਾਏਗਾ ਸਾਨੂੰ। ਤੇ ਫਰਸਟ ਟੂ ਐਨੀ ਡਾਕਟਰ ਹੂ ਇਜ਼ ਪ੍ਰੈਕਟਿਸਿੰਗ, ਵਟ ਮਾਈ ਸਜੈਸ਼ਨ ਇਜ਼ ਕਿ ਆਪਣੇ ਪੇਸ਼ੈਂਟ ਨੂੰ ਟਾਈਮ ਦਿਓ, ਪੇਸ਼ੈਂਟ ਨਾਲ ਗੱਲ ਕਰੋ, ਪੇਸ਼ੈਂਟ ਨੂੰ ਸਮਝਾਓ, ਉਹਨੂੰ ਦੱਸੋ ਕਿ ਕੀ ਹੋਏਗਾ, ਕਿਸ ਤਰ੍ਹਾਂ ਹੋਏਗਾ, ਕਿੰਨੇ ਟਾਈਮ ਤੱਕ ਤੁਸੀਂ ਠੀਕ ਹੋਣ ਵਾਲੇ ਹੋ। ਕਿਉਂਕਿ ਜੇ ਤੁਸੀਂ ਬਹੁਤ ਜ਼ਿਆਦਾ ਉਹਨੂੰ ਇਹ ਦੇ ਦਿੱਤਾ ਕਿ ਜੀ ਤੁਸੀਂ ਅੱਜ ਹੀ ਹੁਣੇ ਚੱਲਣਾ ਫਿਰਨਾ, ਅਗਲੇ ਦਿਨ ਤੋਂ ਭੱਜੋਗੇ ਜੀ, ਚੌਕੜੀ ਮਾਰੋਗੇ, ਨਹੀਂ, ਇਹ ਗਲਤ ਹੈ। ਕੋਈ ਵੀ ਸਰਜਰੀ ਆਪਣਾ ਵਕਤ ਲੈਂਦੀ ਹੈ, ਉਸ ਵਕਤ ਦੇ ਦਾਇਰੇ 'ਚ ਉਹਨੇ ਵੱਡਾ ਹੋਣਾ, ਠੀਕ ਹੈ। ਸਰਜਰੀ ਅੱਛੀ ਕਰੋ ਔਰ ਸਰਜਰੀ ਦੇ ਰਿਜ਼ਲਟ ਅੱਛੇ ਹੋਣ ਔਰ ਸਰਜਰੀ ਜਿਹਨੇ ਕਰਾਈ ਉਹਨੂੰ ਪਤਾ ਹੋਏ ਕਿ ਇਸ ਪੀਰੀਅਡ ਵਿੱਚ ਹੀ ਆਉਣਾ। And I guess you do justification with the patient. Yeah, so achievements ਇੱਕ ਡਾਕਟਰ ਦੀ ਹੋਣਾ and ਉਹ ਨੋਟਿਸ ਹੋਣਾ ਬਹੁਤ ਜ਼ਰੂਰੀ ਹੈ ਉਹ ਚੀਜ਼। ਦੇਖੋ ਅਚੀਵਮੈਂਟ 2 ਲੈਵਲ ਤੇ ਹੁੰਦੀਆਂ ਨੇ, ਇੱਕ ਹੁੰਦੀ ਹੈ ਸੋਸ਼ਲ ਅਚੀਵਮੈਂਟ, ਇੱਕ ਹੁੰਦੀ ਹੈ ਪਰਸਨਲ ਅਚੀਵਮੈਂਟ। ਸੋਸ਼ਲ ਅਚੀਵਮੈਂਟ ਜਿਹੜੀ ਹੁੰਦੀ ਹੈ ਉਹਦਾ ਦਾਇਰਾ ਬੜਾ ਵੱਖ ਹੈ। ਫਰਸਟ ਅਚੀਵਮੈਂਟ ਮੈਨੂੰ ਲੱਗਦੀ ਹੈ ਕਿ ਡਾਕਟਰ ਦੀ ਪੇਸ਼ੈਂਟ ਦੇ ਥਰੂ ਹੋਣੀ ਚਾਹੀਦੀ ਹੈ, ਦੈਟ ਇਜ਼ ਦ ਬਿਗੇਸਟ ਅਚੀਵਮੈਂਟ। ਪੇਸ਼ੈਂਟ ਦੀ ਅਚੀਵਮੈਂਟ ਕਦ ਹੁੰਦੀ ਕਿ ਜਦ ਤੁਹਾਡਾ ਪੇਸ਼ੈਂਟ ਹੀ ਤੁਹਾਡੇ ਨੂੰ ਪੇਸ਼ੈਂਟਸ ਰੈਫਰ ਕਰਨਾ ਸ਼ੁਰੂ ਕਰਦਾ। ਉਹ ਰੈਫਰ ਕਦ ਕਰੇਗਾ ਤੁਹਾਨੂੰ? ਵੈਨ ਹੀ ਇਜ਼ ਸੈਟਿਸਫਾਈਡ। ਉਹਦੀ ਸੈਟਿਸਫੈਕਸ਼ਨ ਕਦ ਹੋਏਗੀ? ਜਦ ਤੁਸੀਂ ਉਹਦੇ ਨਾਲ ਪਰਿਵਾਰ ਵਾਂਗ ਜੁੜੋਗੇ। That is the personal achievement. So when I started my practice in 2017, Chandigarh, ਮੇਰੇ ਵਾਸਤੇ ਚੰਡੀਗੜ੍ਹ ਬਹੁਤ ਨਇਆ ਸੀਗਾ, ਮੈਂ ਚੰਡੀਗੜ੍ਹ ਦਾ ਹੈਗਾ ਵੀ ਨਹੀਂ। I am born and brought up in UP. I migrated to Punjab. My wife is from Punjab. ਮੈਂ ਚੰਡੀਗੜ੍ਹ ਆ ਕੇ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ। ਮੈਨੂੰ ਨਹੀਂ ਆਈਡੀਆ ਸੀ ਮੈਂ ਕਿੱਥੋਂ ਪ੍ਰੈਕਟਿਸ ਸ਼ੁਰੂ ਕਰਨੀ ਹੈ। So it was just like ਕਿ ਆਪਾਂ ਅਰਦਾਸ ਕਰਦੇ ਹੁੰਦੇ ਸੀ ਕਿ ਪੇਸ਼ੈਂਟ ਆਏਗਾ ਤੇ ਅੱਗੇ ਅਸੀਂ ਉਸ ਪੇਸ਼ੈਂਟ ਨੂੰ ਉਹਦੇ ਘਰ ਜਾ ਕੇ ਦੇਖਾਂਗੇ, ਅਗਲਾ ਪੇਸ਼ੈਂਟ ਬਣਾਵਾਂਗੇ। ਤੇ ਇਟ ਸਟਾਰਟਡ ਲਾਈਕ ਦੈਟ। ਵੈਨ ਆਈ ਆਪਰੇਟਡ, ਮਾਈ ਫਰਸਟ ਪੇਸ਼ੈਂਟ ਵਾਸ ਫਰਮ ਜਲੰਧਰ। ਉਹਨਾਂ ਦਾ ਜਦ ਮੇਰੀ ਸਰਜਰੀ ਹੋ ਗਈ, ਉਹ ਕਰਾ ਕੇ ਗਏ ਤੇ ਆਈ ਮੇਡ ਸ਼ੋਰ ਕਿ ਫਰਸਟ 3 months I visited her home. So I used to go to Jalandhar, see her at her home, come back, and that is how it was my first personal achievement. And from there it started. ਏਦਾਂ ਕਰਦੇ ਕਰਦੇ ਸ਼ਾਇਦ ਹਜ਼ਾਰਾਂ ਪੇਸ਼ੈਂਟ ਦੇ ਘਰ ਗਿਆ ਹੋਏਗਾ ਔਰ ਉਹ ਪਰਸਨਲ ਅਚੀਵਮੈਂਟ ਦੇ ਤੌਰ ਤੇ ਉਹੀ ਪਰਸਨਲ ਅਚੀਵਮੈਂਟ ਧੀਰੇ ਧੀਰੇ ਸੋਸ਼ਲ ਅਚੀਵਮੈਂਟ ਵਿੱਚ ਬਦਲ ਜਾਂਦੀ ਹੈ when the media and the public start recognizes you. So ਉਹਦੇ ਬਾਅਦ Z awards ਆ ਗਏ, PTC awards ਆ ਗਏ, human rights award ਆ ਗਏ, international business awards ਆ ਗਏ। The platform started recognizing you and they used to call and felicitate you for your achievements, and that was my social accomplishment, and that is how it is.
ਸੋ ਅਵੇਅਰਨੈਸ ਦੀ ਮੈਂ ਗੱਲ ਕਰਾਂ ਤਾਂ ਆਈਵੀ ਹਸਪੀਟਲ ਨੇ ਜੋ ਅਵੇਅਰਨੈਸ ਹੈ ਉਹ ਕਿਸ ਤਰ੍ਹਾਂ ਅੱਗੇ ਲੋਕਾਂ ਤੱਕ ਫਾਰਵਰਡ ਕੀਤੀ ਹੋਈ ਹੈ ਐਂਡ ਕੀ ਕੁਝ ਤੁਸੀਂ ਅਵੇਅਰਨੈਸ ਲਈ ਕੀ ਕਰ ਰਹੇ ਹੋ ਤੁਸੀਂ? ਅਸੀਂ 2020 ਵਿੱਚ TMT ਟੈਕਨੀਕ ਲਾਂਚ ਕੀਤੀ ਸੀ, ਜਿਹਨੂੰ ਟਰੂ ਮੋਸ਼ਨ ਟੈਕਨੀਕ ਦੇ ਹਿਸਾਬ ਨਾਲ ਜਾਣਿਆ ਗਿਆ ਸੀਗਾ, ਜਿਹਨੂੰ ਐਕਸ ਹੈਲਥ ਮਿਨਿਸਟਰ ਸਰਦਾਰ ਬਲਬੀਰ ਸਿੰਘ ਜੀ ਨੇ ਇਨੋਗਰੇਟ ਕੀਤਾ ਸੀਗਾ। Now we are going to inaugurate our Robo 3D techniques, where we have tied hands with the 3D innovator from the Gujarat, and also the robotic technology we are going to enhance up with. So it is going to come as Robo 3D TMT technique, ਜਿਹਦੇ ਵਿੱਚ ਜੋ ਚੀਜ਼ਾਂ ਸਹੂਲੀਅਤ ਵਾਲੀ ਹੋਣਗੀਆਂ, ਜਿਹਦੇ ਵਿੱਚ 10 ਤੋਂ 12 ਮਿੰਟ ਦੀ ਸਰਜਰੀ 4-6 ਘੰਟੇ ਵਿੱਚ ਚੱਲਣਾ, ਕਿਸੇ ਵੀ ਨਲੀਆਂ ਦਾ ਪ੍ਰਯੋਗ ਨਾ ਕਰਨਾ, ICU ਵਿੱਚ ਨਾ ਰੱਖਣਾ, ਆਪਰੇਸ਼ਨ ਦੇ ਦੂਜੇ ਦਿਨ ਤੋਂ ਬਿਨਾਂ ਵਾਕਰ ਚੱਲਣਾ, ਆਪਰੇਸ਼ਨ ਦੇ ਦੂਜੇ ਦਿਨ ਤੋਂ ਪੌੜੀਆਂ ਕਰਨਾ, ਬਿਨਾਂ ਟਾਂਕਿਆਂ ਦੀ ਸਰਜਰੀ, ਮਹੀਨੇ ਵਿੱਚ ਚੌਕੜੀ ਮਾਰਨ ਦੀ ਸੁਵਿਧਾ, ਜ਼ਮੀਨ ਤੇ ਚੌਕੜੀ ਮਾਰਨ ਦੀ ਸੁਵਿਧਾ, 15 ਦਿਨ ਵਿੱਚ ਬੈਕ ਟੂ ਯੋਰ ਨੋਰਮਲ ਰੂਟੀਨ ਵਰਕ, 4th-5th ਡੇ ਬੈਕ ਟੂ ਯੋਰ ਰੂਟੀਨ ਹੋਮ ਵਰਕਸ, ਜਿਹੜਾ ਘਰ ਦਾ ਕੰਮ ਹੁੰਦਾ, ਇਹ ਸਭ ਉਸ ਟੈਕਨੋਲੋਜੀ ਦਾ ਪਾਰਟ ਹੈਗਾ ਔਰ ਰਹੇਗਾ, ਜੋ ਮੁਹੱਈਆ ਕੀਤਾ ਜਾਏਗਾ ਅੱਗੇ ਪੇਸ਼ੈਂਟਸ ਨੂੰ। ਤੇ ਇਹੀ ਸਾਰੀ ਅਚੀਵਮੈਂਟ ਸਾਡੇ ਹਸਪਤਾਲ ਦੀ ਹੈ, ਇੱਕ ਡਾਕਟਰ ਦੀ ਹੈ। ਆਈਵੀ ਹਸਪੀਟਲ ਦੇ ਜਿਹੜੇ ਓਨਰਸ ਹੈਗੇ ਸਰ ਗੁਰਤੇਜ ਸਰ ਤੇ ਡਾਕਟਰ ਕੌਲ ਮੈਡਮ, ਦੇ ਆਰ ਹੈਂਡ ਇਨ ਹੈਂਡ ਵਿਦ ਅਸ, ਦੇ ਆਰ ਸਪੋਰਟਿੰਗ ਅਸ ਟੂ ਬ੍ਰਿੰਗ ਅਪ ਐਂਡ ਐਨਹਾਂਸ ਦੀ ਟੈਕਨੋਲੋਜੀ for the institute, and we as doctors are also trying our best to give the best to the patient. So ਸਾਡਾ ਜਿਹੜਾ tagline ਵੀ ਹੈਗਾ, ਅਸੀਂ tagline ਵਿੱਚ ਇਹ ਲਿਖਦੇ ਹਾਂ, choose the best and leave the rest in joint replacement. So ਸਾਰੇ ਦਰਸ਼ਕਾਂ ਨੂੰ ਮੇਰਾ ਲਾਸਟ ਮੈਸੇਜ ਆਈ ਹੈ ਕਿ come to IV hospital, get aware about what Robo 3D TMT technique is. Robo 3D ਦਾ ਤੁਹਾਨੂੰ ਕਿੰਨਾ ਕੀ ਬੈਨੀਫਿਟ ਹੋਏਗਾ, ਔਰ ਇਹਦੇ ਨਾਲ ਕਿਹੜੀ ਚੀਜ਼ਾਂ ਨੇ ਜਿਹਦੇ ਤੋਂ ਤੁਸੀਂ ਬਚ ਪਾਓਗੇ ਸਰਜੀਕਲ ਟਰਾਮਾਸ ਤੋਂ, ਜੋ ਇਹ ਟੈਕਨੀਕ ਤੁਹਾਨੂੰ ਦੇਗੀ। ਥੈਂਕ ਯੂ ਸੋ ਮਚ ਸਰ, ਬਹੁਤ ਚੰਗਾ ਲੱਗਿਆ। ਆਮ ਸ਼ੋਰ ਇਸ ਇੰਟਰਵਿਊ ਰਾਹੀਂ ਬਹੁਤ ਸੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਹੋਊਗੀ ਕਿ ਜਦੋਂ ਗੋਡਿਆਂ ਦੀ ਰਿਪਲੇਸਮੈਂਟ ਬਾਰੇ ਜਾਂ ਗੋਡੇ ਬਦਲਵਾਉਣ ਬਾਰੇ ਜਦੋਂ ਵੀ ਸੋਚਦੇ ਹੈ ਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਐਂਡ ਕੀ ਚੀਜ਼ਾਂ ਜਿਨ੍ਹਾਂ ਤੋਂ ਬਚਣਾ ਵੀ ਚਾਹੀਦਾ ਹੈ। ਮੈਨੂੰ ਵੀ ਬਹੁਤ ਚੰਗਾ ਲੱਗਿਆ ਕਿ ਤੁਸੀਂ ਇੱਕ ਬੜਾ ਇਲੈਬੋਰੇਟ ਇੰਟਰਵਿਊ ਕੀਤਾ, ਜਿਹਦੇ ਵਿੱਚ ਮੈਨੂੰ ਵੀ ਮੌਕਾ ਮਿਲਿਆ, ਜਿਹਦੇ ਵਿੱਚ ਮੈਂ ਦਰਸ਼ਕਾਂ ਨੂੰ ਬੇਸਿਕ ਤੋਂ ਲੈ ਕੇ ਜਿੰਨਾ ਕੁਝ ਮੈਂ ਜਾਣਨਾ ਜਾਂ ਜਿੰਨਾ ਕੁਝ ਮੈਂ ਸਿੱਖਿਆ ਉਹ ਦੱਸ ਪਾਇਆ ਵਾਂ। ਤੇ ਬਿਲਕੁਲ ਘਬਰਾਓ ਨਾ, ਕਿਸੇ ਵੀ ਸਰਜਰੀ ਤੋਂ ਕਦੇ ਵੀ ਨਹੀਂ ਘਬਰਾਉਣਾ ਚਾਹੀਦਾ। ਹਾਂ, ਸਰਜਰੀ ਕਿੱਥੇ ਕਰਾਉਣੀ ਹੈ, ਕਿਹਦੇ ਤੋਂ ਕਰਾਉਣੀ ਔਰ ਕਦੋਂ ਕਰਵਾਉਣੀ ਹੈ, ਇਹ ਨਿਰਣੈ ਤੁਹਾਡਾ ਹੈਗਾ। ਉਹਦੀ ਜਾਂਚ ਪੜਤਾਲ ਪੂਰੀ ਹੋਣੀ ਚਾਹੀਦੀ ਹੈ, ਸੈਟਿਸਫੈਕਸ਼ਨ ਪੂਰੀ ਹੋਣੀ ਚਾਹੀਦੀ ਹੈ ਬਿਫੋਰ you shake hands with the doctor. Don't compromise with your health. Come to the best and leave the rest. Thank you so much, sir. ਸੋ ਇਹ ਸੀ ਮੇਰੇ ਨਾਲ ਆਈਵੀ ਹਸਪੀਟਲ ਦੇ ਡਾਇਰੈਕਟਰ ਭਾਨੂ ਸਲੂਜਾ ਜੀ। ਆਮ ਸ਼ੋਰ ਇੰਟਰਵਿਊ ਰਾਹੀਂ ਬਹੁਤ ਸੀ ਜਾਣਕਾਰੀ ਤੁਹਾਨੂੰ ਇਦਾਂ ਦੀ ਮਿਲੀ ਹੋਊਗੀ ਜਿਹਦੇ ਬਾਰੇ ਤੁਹਾਨੂੰ ਨਹੀਂ ਸੀ। ਕੈਮਰਾਮੈਨ ਦਲੇਰ ਦੇ ਨਾਲ ਮੈਂ ਜਸਵੀਰ ਕੌਰ, ਡੇਲੀ ਪੋਸਟ पंजाबी। डॉक्टर भानु प्रताप सलूजा जी की रोबो 3D टेक्निक से पुराने घुटनों को नया बनाइए और डॉक्टर साहब के गुण गाइए। लव यू सर, गॉड ब्लेस यू। वाह वाह।